ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਹਾਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਸੋ ਖਹਿਰਾ ਸਾਹਿਬ, ਸੁਰਖੀ ਤਾਂ ਚਲੋ ਉਹੀ ਗੱਲਬਾਤ ਹੈ ਜੋ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਾਂ, ਪਰ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਜੋ ਕਿ ਫਿਲਹਾਲ ਇਸ ਮੁੱਦੇ ਦੇ ਉੱਪਰ ਬਿਲਕੁਲ ਚੁੱਪਚਾਪ ਬੈਠੇ ਹੋਏ ਨੇ। ਕੋਈ ਬਹੁਤੀ ਉਹਨਾਂ ਨੇ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕੀਤੀ। ਅੱਜ ਜੀ ਮੋਦੀ ਸਾਹਿਬ ਜਾ ਰਹੇ ਨੇ, ਕੋਈ ਆਗਰਾ ਮੈਟਰੋ ਪ੍ਰੋਜੈਕਟ ਹੈ ਜੋ ਉਹਦਾ ਉਦਘਾਟਨ ਕਰਨਾ ਹੈ, ਠੀਕ ਹੈ, ਉੱਥੇ ਮਸ਼ਰੂਫ ਹੋਣ ਜਾ ਰਹੇ ਨੇ। ਜਦ ਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਜਿਹੜਾ ਕਿੰਨੇ ਚਿਰਾਂ ਤੋਂ ਚੱਲ ਰਿਹਾ ਜੀ, ਦਿੱਲੀ ਦੇ ਵਿੱਚ ਪਿਛਲੇ 11 ਦਿਨ ਹੋ ਚੁੱਕੇ ਨੇ, ਉਦੋਂ ਤੋਂ ਚੱਲ ਰਿਹਾ, ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੋਈ ਹੈ ਕਿ 8 ਤਰੀਕ ਨੂੰ ਅਸੀਂ ਪੂਰਾ ਭਾਰਤ ਬੰਦ ਕਰਾਂਗੇ, ਤਾਂ ਵੀ ਕੋਈ ਸਿੰਗਲ ਸਟੇਟਮੈਂਟ ਜਿਹੜੀ ਹੈ ਨਹੀਂ ਆ ਰਹੀ। ਇਹਨਾਂ ਨੂੰ ਨਹੀਂ ਕੋਈ ਬਹੁਤਾ ਪਤਾ ਕਿ ਹਾਂ ਵੀ ਕਿੰਨੇ ਚਿਰਾਂ ਤੋਂ ਬੈਠੇ ਹੋਏ ਨੇ, ਠੰਡ ਵੀ ਹੈ, ਕਿੰਨੇ ਸਾਰੇ ਫੈਕਟਰ ਨੇ, ਠੀਕ ਹੈ। ਬਟ ਜਿਹੜੇ ਪ੍ਰਧਾਨ ਮੰਤਰੀ, ਜਿਹਨਾਂ ਦਾ ਨਾਮ ਹੀ ਪ੍ਰਧਾਨ ਮੰਤਰੀ ਤਾਂ ਹੁੰਦਾ ਕਿ ਹਾਂ ਵੀ ਪੂਰੇ ਦੇਸ਼ ਦੇ ਜਿਹੜੀ ਹੈ ਉਹਨਾਂ ਨੇ ਪ੍ਰਧਾਨਗੀ ਕਰਨੀ, ਇੰਨੇ ਵੱਲੋਂ ਦਾ ਚੰਗਾ ਮਾੜਾ ਵੀ ਸੋਚਣਾ ਹੁੰਦਾ, ਪਰ ਉਹ ਬਿਲਕੁਲ ਕੁਝ ਸੋਚ ਨਹੀਂ ਰਹੇ। ਕਈ ਵਾਰ ਹੁੰਦਾ ਨਾ, ਕੱਲ ਵੀ ਅਸੀਂ ਇਹ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਉਹ ਗੱਲ ਜ਼ਿਆਦਾ ਦੁਖਦੀ ਹੈ ਜਦੋਂ ਤੁਹਾਡੇ ਕੋਈ ਘਰ ਆਵੇ ਨਾ, ਤੁਸੀਂ ਉਹਨੂੰ ਬੁਲਾਓ ਨਾ। ਤੁਸੀਂ ਜਿੱਦਾਂ ਹੁਣ ਆਪਾਂ ਕਹਿ ਰਹੀਏ ਕਿ ਸਾਡੇ ਪਿੰਡ ਦਾ ਸਰਪੰਚ ਆ, ਅਸੀਂ ਉਹਦੇ ਘਰੇ ਬੈਠੇ ਹਾਂ, ਅਸੀਂ ਆਪਣੀ ਫਰਿਆਦ ਲੈ ਕੇ ਗਏ ਹਾਂ, ਚਲੋ ਇੱਕ ਵਾਰ ਨਹੀਂ ਸੁਣੀ, ਦੂਸਰੀ ਵਾਰ ਨਹੀਂ ਸੁਣੀ, ਤੀਸਰੀ ਵਾਰ ਨਹੀਂ ਸੁਣਨਾ ਚਾਹੀਦਾ ਹੈ ਨਾ। ਹੁਣ ਗੱਲ ਇਹ ਹੈ ਕਿ ਇਹ ਸਰਪੰਚ ਹੈ ਨਾ, ਹੁਣ ਸਾਡੇ ਮੁਲਕ ਦਾ ਸਰਪੰਚ ਹੈ, ਜੇ ਅਸੀਂ ਇਹਦੇ ਦਰਬਾਰ ਤੇ ਜਾ ਕੇ ਜਾਂ ਇਹ ਕਹਿ ਲਓ ਕਿ ਇਹਦੇ ਬਰੂਹਾਂ ਤੇ ਖੜੇ ਹਾਂ, ਸੁਣਨਾ ਤਾਂ ਚਾਹੀਦਾ। ਜੇ ਤੁਸੀਂ ਕੁਝ ਕਹਿ ਰਹੇ ਹੋ ਤਾਂ ਐਟਲੀਸਟ ਇਹ ਤਾਂ ਕਹੋ ਕਿ ਤੁਸੀਂ ਸਾਡੇ ਹੱਕ 'ਚ ਵੀ ਹੋ। ਤੁਸੀਂ, ਤੁਹਾਨੂੰ ਕਾਸ਼ੀ, ਮੈਂ ਕੱਲ ਵੀ ਗੱਲ ਕਰ ਰਿਹਾ ਸੀ, ਬਾਰ-ਬਾਰ ਇਹੀ ਗੱਲ ਆ ਕਿ ਤੁਹਾਨੂੰ ਕਾਸ਼ੀ ਆਰਤੀ ਕਰਨ ਦਾ ਮੌਕਾ ਮਿਲਿਆ, ਜਾਓ ਤੁਸੀਂ ਜੀ ਸੱਦ ਕੇ ਕਰੋ। ਪਰ ਜਿਹੜੇ ਪਹਿਲਾ ਮੈਟਰ ਜਿਹੜਾ ਤੁਹਾਨੂੰ ਸੁਲਝਾਉਣਾ ਚਾਹੀਦਾ ਸੀਗਾ, ਐਡੇ ਕਿਸਾਨ ਜਿਹੜੇ ਨੇ ਉੱਥੇ ਆ ਕੇ ਬੈਠੇ ਨੇ, ਮਤਲਬ ਤੁਹਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ, ਏਦਾਂ ਲੱਗ ਰਿਹਾ ਕਿ ਇਹ ਬੇਪਰਵਾਹ ਹੈ। ਸੋ ਜਦੋਂ ਬੇਪਰਵਾਹ ਹੋਣਾ ਚੰਗੀ ਗੱਲ ਆ, ਪਰ ਕਈ ਜਿਹੜੇ ਸੰਜੀਦਾ ਮੁੱਦੇ ਆ ਉਹਨਾਂ ਦੇ ਉੱਤੇ ਬੇਪਰਵਾਹੀ ਜਿਹੜੀ ਆ ਉਹ ਲਾਪਰਵਾਹੀ ਹੁੰਦੀ ਹੈ ਜੀ। ਸੋ ਲਾਪਰਵਾਹ ਨੇ ਬਿਲਕੁਲ, ਔਰ ਪੰਜਾਬੀਆਂ ਲਈ ਤੇ ਬਿਲਕੁਲ ਅਸੀਂ ਸਾਬਤ ਹੋ ਗਏ ਨੇ ਇਹ ਕਿ ਇਹ ਬਿਲਕੁਲ ਜਿਹੜਾ ਹੈ ਕੋਈ ਗੱਲ ਨਹੀਂ ਕਰ ਰਹੇ। ਇਨਫੈਕਟ ਪੰਜਾਬੀਆਂ ਲਈ ਕਿਉਂ, ਸਭ ਲਈ ਨਹੀਂ ਕਰ ਰਹੇ। ਇਹਨਾਂ ਨੂੰ ਇਹ ਲੱਗ ਰਿਹਾ ਕਿ ਜੋ ਅਸੀਂ ਕਰ ਦਿੱਤਾ ਠੀਕ ਹੈ। ਬਾਰ-ਬਾਰ ਹਾਲੇ ਤੱਕ ਜਿਹੜਾ ਹੈ ਚੌਥੇ ਗੇੜ ਦੀ ਮੀਟਿੰਗ ਤੱਕ ਕੇ ਸਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਸਮਝਾਵਾਂਗੇ। ਕੱਲ ਫਿਰ ਜਦੋਂ 5ਵੇਂ ਗੇੜ ਦੀ ਮੀਟਿੰਗ ਹੁੰਦੀ ਆ, ਉਦੋਂ ਕਿਤੇ ਇਹਨਾਂ ਨੂੰ ਲੱਗਿਆ ਕਿ ਅਸੀਂ ਕਰ ਲਿਆ, ਕੁਝ ਗਲਤ ਕੀਤਾ ਆ, ਤੇ ਉਹਦੇ ਵਿੱਚ ਕਿਹਾ ਚਲੋ ਜੀ ਅਸੀਂ ਹੁਣ ਇਹਦੇ ਵਿੱਚੋਂ ਜਿਹੜਾ ਹੈ ਤਰਮੀਮਾ ਕਰਨ ਲਈ ਤਿਆਰ ਹਾਂ। ਪਹਿਲਾਂ ਤਾਂ ਤੁਸੀਂ ਮੰਨ ਰਹੇ ਹੋ ਤੁਸੀਂ ਗਲਤ ਕਰ ਲਿਆ, ਹੁਣ ਤੁਸੀਂ ਕਹਿੰਦੇ ਤੁਸੀਂ ਤਰਮੀਮਾ ਕਰ ਲਓਗੇ। ਇਸ ਲਈ ਤਾਂ ਕਿਸਾਨ ਕਹਿੰਦੇ ਕਿ ਸਾਨੂੰ ਇਹ ਤਿੰਨੇ ਕਾਨੂੰਨ ਜਿਹੜੇ ਨੇ ਉਹ ਰੱਦ ਚਾਹੀਦੇ ਨੇ। ਉਹੀ ਨਾ, ਉਹਨਾਂ ਨੇ ਕਹਿਤਾ ਕਿ ਗੱਲਾਂ ਨੇ ਸਿਰਫ ਦੋ, ਯੈਸ ਜਾਂ ਫਿਰ ਨੋ, ਹਨਾ। ਕਿਉਂਕਿ ਜਿਹੜੇ ਮੋਦੀ ਸਾਹਿਬ ਨੇ, ਹਨਾ, ਤੁਸੀਂ ਕਹਿ ਰਹੇ ਕਿ ਉਹ ਹਲੇ ਤੱਕ ਮੰਨਦੇ ਨਹੀਂ ਪਏ। ਕਿਉਂ, ਕਿੱਦਾਂ ਮੰਨ ਲੈਣ? ਉਹਨਾਂ ਨੇ ਅੱਜ ਤੱਕ ਉਹ ਨਹੀਂ ਮੰਨਿਆ ਕਿ ਜਿਹੜੀ ਨੋਟਬੰਦੀ ਕੀਤੀ ਸੀ ਕਿ ਹਾਂ ਵੀ ਇਹਦਾ ਕੋਈ ਫਾਇਦਾ ਹੋਇਆ। ਉਹਨਾਂ ਨੇ ਅੱਜ ਤੱਕ ਕੋਈ ਵੀ ਜਿਹੜਾ ਡਿਸੀਜਨ ਲਿਆ ਹੈ, ਬੜੀ ਛਾਤੀ ਠੋਕ ਕੇ ਡਿਸੀਜਨ ਲੈ ਲੈਂਦੇ ਨੇ, ਬਾਅਦ ਚ ਭਾਵੇਂ ਦੁਬਾਰਾ ਤੇ ਗੱਲ ਹੋਵੇ ਨਾ ਹੋਵੇ। ਹੁਣ ਡਿਜੀਟਲ ਇੰਡੀਆ ਦਾ ਕਿੰਨਾ ਕੁ ਵਾਰ ਜ਼ਿਕਰ ਕਰ ਲਿਆ, ਕਿੰਨਾ ਪੈਸਾ ਉਹਦੀ ਬ੍ਰਾਂਡਿੰਗ ਦੇ ਲਈ ਯੂਜ਼ ਕੀਤਾ ਗਿਆ, ਕਿੰਨਾ ਪੈਸਾ ਹੋਰ ਵੀ ਉਹਦੇ ਪ੍ਰੋਜੈਕਟਾਂ ਲਈ ਯੂਜ਼ ਕੀਤਾ ਗਿਆ। ਕੀ ਫਾਇਦਾ ਹੋਇਆ ਲੋਕਾਂ ਨੂੰ? ਕਿੰਨਾ ਕੁ ਆਪਾਂ ਡਿਜੀਟਲ ਇੰਡੀਆ ਜਿਹੜਾ ਹੈ ਉਹਦਾ ਫਾਇਦਾ ਲੈ ਕੇ ਤੇ ਕੋਈ ਜੀ ਕਿਸੇ ਨੂੰ ਬਹੁਤ ਵਧੀਆ ਕੋਈ ਜੋਬ ਮਿਲ ਗਈ ਜਾਂ ਪੈਸਾ ਕਮਾ ਲਿਆ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਆਪਣਾ ਰਵੱਈਆ ਹੈ ਬਿਲਕੁਲ ਚੇਂਜ ਕਰਨ ਦੀ ਲੋੜ ਹੈ। ਅਦਰਵਾਈਜ਼ ਜਿਹੜੇ ਆਉਣ ਵਾਲੇ ਇਲੈਕਸ਼ਨਸ ਹੈ ਉਹਨਾਂ 'ਚ ਸਾਫ਼ ਪਤਾ ਲੱਗ ਜਾਣਾ ਕਿ ਹਾਂ ਵੀ ਜਿਹੜਾ ਲੋਕਾਂ ਦਾ ਜਿਹੜਾ ਰੋਸ ਹੈ, ਕਿਉਂਕਿ ਲੋਕੀ ਹੁਣ ਪਾਰਟੀਬਾਜ਼ੀ ਨਹੀਂ ਕਰ ਰਹੇ, ਲੋਕੀ ਲੋਕਤੰਤਰ ਦੀ ਲੜਾਈ ਲੜ ਰਹੇ ਨੇ, ਜਿਸ ਵਿੱਚ ਉਹਨਾਂ ਨੂੰ ਬਹੁਤ ਸਮਝਣ ਦੀ ਲੋੜ ਹੈ। ਗੱਲ ਕਰੀਏ ਆਪਣੇ ਪ੍ਰਧਾਨ ਮੰਤਰੀ ਤੋਂ ਇਲਾਵਾ ਜਿਹੜੀ ਸਪੋਰਟ ਮਿਲ ਰਹੀ ਹੈ ਕਿਸਾਨਾਂ ਨੂੰ, ਉਹ ਹੁਣ ਵਰਲਡ ਲੈਵਲ ਦੀ ਹੋ ਚੁੱਕੀ ਹੈ। ਹੁਣ ਤਾਂ ਪੋਲੀਟੀਕਲ ਵੀ ਜਿਹੜਾ ਓਪੋਜੀਸ਼ਨ ਹੈ ਉਹ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਸਰਗਰਮ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਜਿਹੜਾ 8 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਜਿਹੜਾ ਐਲਾਨ ਕੀਤਾ ਹੋਇਆ, ਉਹਦੇ ਵਿੱਚ ਕਾਫੀ ਵੱਡੀਆਂ ਜਿਹੜੀਆਂ ਪੋਲੀਟੀਕਲ ਪਾਰਟੀ ਹੈ, ਮੈਂ ਗੱਲ ਕਰਾਂ ਮਾਇਆਵਤੀ ਦੀ, ਜਾਂ ਫਿਰ ਮੈਂ ਗੱਲ ਕਰਾਂ ਅਖਿਲੇਸ਼ ਯਾਦਵ ਦੀ, ਜਾਂ ਫਿਰ ਗੱਲ ਕਰਾਂ ਕਿ ਹੁਣੇ ਜਿਹੜੇ ਅਰਵਿੰਦ ਕੇਜਰੀਵਾਲ ਨੇ, ਜੋ ਕਿ ਇਸ ਵਕਤ ਜੋ ਕਿ ਸਿੰਘੂ ਬਾਰਡਰ ਤੇ ਪਹੁੰਚੇ ਹੋਏ ਨੇ, ਤੇ ਉਹਨਾਂ ਨੇ ਵੀ ਆਖ ਦਿੱਤਾ ਹੈ ਕਿ ਬਈ ਸਾਡਾ ਜਿਹੜਾ ਪੂਰਾ ਸਪੋਰਟ ਹੈ ਇਸ ਕਿਸਾਨੀ ਅੰਦੋਲਨ ਨੂੰ ਹੈ। ਦੇਖੋ, ਇਹ ਤੇ ਗੱਲ ਹੈ ਕਿ ਹੁਣ ਗੱਲ ਜਿਹੜੀ ਆ ਲੋਕਤੰਤਰ ਦੇ ਉੱਤੇ ਆ ਕੇ ਬਣੀ ਹੈ। ਤੁਸੀਂ ਡਿਜੀਟਲ ਇੰਡੀਆ ਦੀ ਕੀਤੀ ਹੈ ਗੱਲ, ਇਹ ਕੱਲੀ ਡਿਜੀਟਲ ਇੰਡੀਆ ਦੀ ਨਹੀਂ, ਮੇਕ ਇਨ ਇੰਡੀਆ ਦਾ ਵੀ ਹਾਲ ਹੈ, ਜਿਹੜੀ ਨਮਾਮੀ ਗੰਗੇ ਪ੍ਰੋਜੈਕਟ ਹੈ ਉਹਦਾ ਵੀ ਇਹ ਹਾਲ ਹੈ। ਤੁਸੀਂ ਦੇਖੋ, ਇੰਨਾ ਜਿਹੜਾ ਹੈ ਕਰੋੜਾਂ ਮੁਹੀ ਜਿਹੜਾ ਪੈਸਾ ਇਹਨਾਂ ਪ੍ਰੋਜੈਕਟਸ ਦੇ ਉੱਤੇ ਖਰਚਿਆ ਗਿਆ, ਪਰ ਅੱਜ ਤੱਕ ਜਿਹੜਾ ਹੈ ਸਾਨੂੰ ਕਿਸੇ ਕੋਈ ਫਾਇਦਾ ਹੋਇਆ? ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ, ਜੇ ਆਪਾਂ ਦੂਰ ਤੱਕ ਨਾ ਜਾਈਏ, ਕੋਈ ਕਿਸੇ ਨੇ ਮੇਕ ਇੰਡੀਆ ਤੋਂ ਕੋਈ ਫਾਇਦਾ ਲਿਆ? ਅਸੀਂ ਅਜੇ ਵੀ ਜਾਈਏ ਸਰਕਾਰਾਂ ਤੋਂ, ਮਤਲਬ ਜੇ ਗਵਰਨਮੈਂਟਸ ਤੋਂ ਲੋਨ ਲੈਣ ਜਾਂਦੇ ਆ ਤਾਂ ਉਹ ਇੰਨੀਆਂ ਫਾਰਮੈਲਿਟੀਜ਼ ਨੇ, ਇੰਨਾ ਸਭ ਕੁਛ ਹੈ, ਸਾਨੂੰ ਲੱਗਦਾ ਕਿ ਨਹੀਂ ਯਾਰ ਇਸ ਤੋਂ ਇਲਾਵਾ ਅਸੀਂ ਜਿਹੜਾ ਹੈ ਲੋਨ
ਲੋਨ ਨਾ ਹੀ ਲਈਏ ਤਾਂ ਚੰਗੀ ਗੱਲ ਹੈ। ਹੁਣ ਜਦੋਂ ਇਹ ਲੋਕਡਾਊਨ ਹੋਇਆ ਤੇ ਇਹਨਾਂ ਨੇ ਇੱਕ ਬੜਾ ਵੱਡਾ ਹੈਫਟੀ ਅਮਾਉਂਟ ਜਿਹੜਾ ਹੈ ਉਹ ਇੱਕ ਇਕਨੋਮੀ ਨੂੰ ਬੂਸਟ ਕਰਨ ਲਈ ਦਿੱਤਾ 20 ਲੱਖ ਕਰੋੜ। ਜਿਹਦੀ ਕੋਈ ਅਬ ਜਸਟੀਫਿਕੇਸ਼ਨ ਪੁੱਛੇ ਕਿ ਹਾਂ ਬਈ ਕਿੱਥੇ ਕਿੱਥੇ ਕਿਹੜਾ ਯੂਜ਼ ਹੋਇਆ ਤਾਂ ਬੜੀ ਟੋਰ ਨਾਲ ਗਿਣਾ ਦਿੰਦੇ ਨੇ ਕਿ ਜੀ ਇੰਨੀਆਂ ਸਾਡੀਆਂ ਜਿਹੜੀਆਂ ਪੀਪੀ ਕਿਟਸ ਲੱਗੀਆਂ ਨੇ, ਇੰਨੇ ਸਾਡੇ ਜੀ ਆਹ ਲੱਗੇ ਉਹ ਲੱਗੇ। ਤਾਂ ਬੰਦਾ ਪੁੱਛੇ ਕੋਈ ਜਿਹੜਾ ਇੰਨਾ ਸਾਰਾ ਜਿਹੜਾ ਪੈਸਾ ਉਹਦੇ 'ਚ ਲਿਆ ਸੀਗਾ PM ਕੇਅਰ ਫੰਡ 'ਚ, ਫਿਰ ਉਹ ਕਿੱਥੇ ਗਿਆ? ਸੋ ਦੋਨਾਂ ਤੇ ਜਿਹੜੀ ਕਲੈਰੀਫਿਕੇਸ਼ਨ ਹੈ ਸਰਕਾਰ ਨਹੀਂ ਦੇ ਪਾਈ। ਅੱਛਾ ਨਹੀਂ ਚਲੋ ਉਹ ਤੇ ਗੱਲ ਹੈ ਕਿ ਇਹ ਜਿਹੜਾ ਹੈਫਟੀ ਅਮਾਉਂਟ ਸੀਗਾ ਨਾ ਸਿਰ ਤੇ ਇਹ ਇਕਨੋਮੀ ਰਿਵਾਈਵਲ ਪ੍ਰੋਗਰਾਮ ਸੀਗਾ ਕਿ ਮੁੜ ਸੁਰਜੀਤ ਕਰਨੀ ਹੈ ਸਾਡੀ ਆਰਥਿਕਤਾ। ਪਰ ਦੇਖੋ ਜੀ ਉਹ ਤਾਂ ਉਹਨਾਂ ਨੂੰ ਵੀ ਇਦਾਂ ਲੱਗਦਾ ਸੀ ਕਿ ਸਮਝ ਨਹੀਂ ਆਇਆ। ਜੇ ਆਪਾਂ ਕਹਿ ਲਈਏ ਕਿ ਸਾਡੀ ਜਿਹੜੀ ਵਿੱਤ ਮੰਤਰੀ ਸੀਗੇ ਹਨਾ, ਜੇ ਆਪਾਂ ਗੱਲ ਕਰ ਲਈਏ ਕਿ ਉਹ ਤਾਂ ਉਹਨਾਂ ਨੂੰ ਸਮਝ ਨਹੀਂ ਆਇਆ ਜਿਹੜੇ ਸਾਡੇ ਵਿੱਤ ਮੰਤਰੀ ਸੀਗੇ ਤੇ ਉਹਨਾਂ ਦੇ ਨਾਲ ਜਿਹੜੇ ਸਟੇਟ ਜਿਹੜੇ ਇਕਨੋਮਿਸਟ ਐਡਵਾਈਜ਼ਰ ਸੀਗੇ ਅਨੁਰਾਗ ਠਾਕੁਰ, ਉਹ ਵੀ ਜਿਹੜੇ ਨੇ ਉਹਨਾਂ ਨੇ 3 ਪ੍ਰੈਸ ਕਾਨਫਰੰਸਾਂ ਕੀਤੀਆਂ ਇਹਨਾਂ ਚੀਜ਼ਾਂ ਨੂੰ ਸਮਝਾਉਣ ਦੇ ਲਈ ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਵੀ ਸਾਨੂੰ ਸਮਝ ਨਹੀਂ ਆਇਆ। ਸੋ ਇਦਾਂ ਦੇ ਜਿਹੜੇ ਇਕਨੋਮੀ ਜਿਹੜੇ ਪ੍ਰੋਜੈਕਟ ਹੁੰਦੇ ਨੇ ਜਾਂ ਇਕਨੋਮੀ ਦੇ ਲਈ ਬੂਸਟ ਕਰਨ ਲਈ ਪ੍ਰੋਜੈਕਟ ਲਾਏ ਜਾਂਦੇ ਨੇ ਉਹ ਸ਼ਾਇਦ ਇਹਦਾ ਕਹਿ ਲਓ ਕਿ ਠੰਡੇ ਬਸਤੇ 'ਚ ਜਾਣੇ ਤੈਅ ਹੀ ਹੁੰਦੇ ਨੇ, ਪਹਿਲਾਂ ਤੋਂ ਤੈਅ ਹੁੰਦੇ ਨੇ। ਹੁਣ ਦੇਖੋ ਤੁਸੀਂ ਲੋਕਡਾਊਨ ਦੇ ਵਿੱਚ ਗੱਲ ਕਰ ਰਹੇ ਹੋ, ਲੋਕਾਂ ਦਾ ਕੰਮਦਾਰ ਘਰ ਤਾਂ ਪਹਿਲੇ ਠੱਪ ਆ, ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਲਗਾਤਾਰ ਉਹ ਲੋਨ ਲੈ ਲਓ। ਜਿਹੜੇ ਇਕਨੋਮੀ ਦੇ ਸਪੈਸ਼ਲਿਸਟ ਸੀਗੇ, ਮਾਹਰ ਸੀ ਆਰਥਿਕਤਾ ਦੇ, ਉਹ ਇਹ ਕਹਿ ਰਹੇ ਸੀਗੇ ਕਿ ਹੁਣ ਜਿਹੜਾ ਲੋਨ ਲੈਣਾ ਹੈ ਉਹ ਆਪਣੇ ਪੈਰਾਂ ਤੇ ਕੁਹਾੜੀ ਮਾਰਨਾ ਹੈ। ਤੇ ਲੋਨ ਕਿਹਨਾਂ ਨੇ ਲਿਆ? ਅੰਬਾਨੀਆਂ ਅਡਾਨੀਆਂ ਨੇ ਇਹਨਾਂ ਕੰਪਨੀਆਂ ਇਹਨਾਂ ਬੈਂਕਸ ਤੋਂ ਲੋਨ ਲੈ ਲਿਆ। ਉਹਨਾਂ ਨੇ ਉਹਨਾਂ ਪ੍ਰੋਜੈਕਟਸ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਸੀ ਆਲਰੇਡੀ, ਕਿਉਂਕਿ ਆਪਾਂ ਦੇਖਿਆ ਇਹ ਸਭ ਤੋਂ ਜ਼ਿਆਦਾ ਫਾਇਦਾ ਤੇ ਇਹਨਾਂ ਕੰਪਨੀਆਂ ਨੂੰ ਹੀ ਹੋਇਆ ਕੋਰੋਨਾ ਦੇ ਵਿੱਚ ਵੀ ਹਨਾ। ਤੇ ਇਹਨਾਂ ਨੇ ਲੋਨ ਲਏ, ਇਹਨਾਂ ਨੇ ਆਪਣੇ ਨਵੇਂ ਥਾਂ ਤੇ ਉਹਨਾਂ ਨੂੰ ਇਨਵੈਸਟ ਕੀਤਾ ਤੇ ਉਸ ਤੋਂ ਬਾਅਦ ਇਹ ਮਾਲਾਮਾਲ ਹੋਏ। ਜੀ ਅੱਛਾ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਮੌਜੂਦਾ ਹਾਲਾਤ ਜਿਹੜੇ ਨੇ ਇਸ ਵਕਤ ਜਿਹੜੇ ਅੰਦੋਲਨ ਦੇ ਉਹਨਾਂ ਵਿੱਚ ਕੇਜਰੀਵਾਲ ਸਾਹਿਬ ਜੋ ਕਿ ਕਾਫੀ ਦੇਰ ਤੋਂ ਚੁੱਪਚਾਪ ਬੈਠੇ ਸੀਗੇ, ਬਹੁਤਾ ਕੁਝ ਸਰਗਰਮ ਨਹੀਂ ਸੀਗੇ। ਹੁਣ ਜਿਹੜਾ ਹੈ ਸੋਮਵਾਰ ਦਾ ਦਿਨ ਹੈ, ਅੱਜ ਹੈ ਨਾ, ਨਵੀਂ ਸ਼ੁਰੂਆਤ ਕੀਤੀ ਹੈ। ਸੋ ਉਹਨਾਂ ਨੇ ਵੀ ਸੋਚਿਆ ਕਿ ਚਲੋ ਜੀ ਮੈਂ ਵੀ ਕੋਈ ਨਵੀਂ ਸ਼ੁਰੂਆਤ ਕਰ ਲੈਣਾ ਵਾ। ਉੱਥੇ ਉਹ ਪਹੁੰਚ ਗਏ ਸਿੱਧਾ ਸਿੰਘੂ ਬਾਰਡਰ ਤੇ, ਜਦ ਕਿ ਕੇਂਦਰ ਵੱਲੋਂ ਬਾਰ-ਬਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਕਿ ਦਿੱਲੀ ਦੀਆਂ ਜਿਹੜੀਆਂ 6 ਤੋਂ 7 ਜਿਹੜੇ ਵੱਡੇ ਗਰਾਊਂਡਸ ਨੇ, ਸਟੇਡੀਅਮਸ ਨੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ। ਬਾਕੀ ਜੇ ਗੱਲ ਕਰੀਏ ਕਿ ਕਿਸਾਨਾਂ ਨੂੰ ਜਿਹੜੀ ਹਮਾਇਤ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ। ਹੁਣ ਦੇਖੋ ਕਿਸਾਨ ਇਹਨਾਂ ਨੂੰ ਕਿਸ ਐਂਗਲ ਨਾਲ ਲੈਂਦੇ ਨੇ, ਪੋਲੀਟੀਕਲ ਏਜੰਡਾ ਬਣਨ ਦਿੰਦੇ ਜਾਂ ਨਹੀਂ ਬਣਨ ਦਿੰਦੇ। ਬਟ ਹਾਂ ਜਿਹੜਾ ਸਾਰਾ ਓਪੋਜੀਸ਼ਨ ਹੈ ਉਹ ਲੱਗ ਰਿਹਾ ਕਿ ਹਾਂ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਸਾਹਮਣੇ ਖੜਾ ਨਜ਼ਰ ਆ ਰਿਹਾ। ਦੇਖੋ ਮੋਹਿਤ ਜੀ, ਇੱਕ ਗੱਲ ਜਿਹੜੀ ਆ ਬੜੀ ਮੰਦਭਾਗੀ ਆ, ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਓਪੋਜੀਸ਼ਨ ਜਿਹੜੀ ਆ ਉਹਦੀ ਅਹਿਮ ਭੂਮਿਕਾ ਹੁੰਦੀ ਹੈ। ਪਰ ਅਸੀਂ ਦੇਖਿਆ ਕਿ ਓਪੋਜੀਸ਼ਨ ਜਿਹੜੀ ਆ ਇੱਥੇ ਜਿਹੜੀ ਆ ਉਹ ਸਟਰੋਂਗ ਭੂਮਿਕਾ 'ਚ ਕਦੇ ਨਹੀਂ ਆਈ ਜੀ। ਹੁਣ ਜੇ ਗੱਲ ਕੀਤੀ ਜਾਵੇ, ਜੇ ਆਪਾਂ ਐਵੇਂ ਸਿੱਟਾ ਤੇ ਗੱਲ ਮਾਰੀਏ ਤਾਂ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਤਕੜੀ ਓਪੋਜੀਸ਼ਨ ਅਸੀਂ ਲੈਣੇ ਹੁੰਦੇ ਹਾਂ ਉਹ ਹਮੇਸ਼ਾ ਕਾਂਗਰਸ ਰਹਿੰਦੀ ਹੈ। ਕਾਂਗਰਸ ਜਿਹੜਾ ਹੈ ਉਹ ਆਪਣਾ ਬਣਦਾ ਰੋਲ ਜਿਹੜਾ ਹੈ ਉਹ ਅਦਾ ਨਹੀਂ ਕਰ ਰਹੀ। ਅਸੀਂ ਪਰਸੋਂ ਦੇਖੀ ਸਟੇਟਮੈਂਟ ਆਈ ਸੀ ਰਾਹੁਲ ਗਾਂਧੀ ਹੁਣਾਂ ਦੀ, ਚਲੋ ਉਹਨਾਂ ਨੇ ਇਹ ਕਿਹਾ ਕਿ PM ਜੋ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ, ਪਰ ਜੋ ਬਣਦਾ ਰੋਲ ਸੀਗਾ, ਜਿਹੜੀ ਇੱਕ ਹੁੰਦਾ ਨਾ ਕਿ ਹੱਲਾਸ਼ੇਰੀ ਵਾਲਾ ਰੋਲ ਜਿਹੜਾ ਹੈ, ਤੁਸੀਂ ਅੱਗੇ ਆ ਕੇ ਜਿਹੜਾ ਕੰਮ ਕਰ ਰਹੇ ਹੋ, ਉਦਾਂ ਦਾ ਰੋਲ ਨਹੀਂ ਹੈਗਾ, ਜਿਹੜਾ ਕਿ ਲੋਕਤੰਤਰ ਦੇ ਲਈ ਬਹੁਤ ਖਤਰਾ ਹੈ। ਔਰ ਇਹ ਜਿਹੜਾ ਇੱਥੇ ਤੱਕ ਲੋਕਤੰਤਰ ਦਾ ਆਉਣਾ, ਜਿੱਥੇ ਅਸੀਂ ਕਹਿ ਲਓ ਕਿ 370 ਜਿਹੜੀ ਆ ਉਹਦਾ ਹਟ ਜਾਣਾ, ਜਿਹੜਾ ਹੈ ਡਿਨੋਮੀਨੇਸ਼ਨ ਹੋ ਜਾਣਾ, ਨੋਟਬੰਦੀ ਹੋ ਜਾਣਾ ਬਿਨਾਂ ਕਿਸੇ ਕਾਰਨਾਂ ਤੋਂ, ਜਾਂ ਫਿਰ ਇਹ ਕਹਿ ਲਓ ਕਿ ਕੋਈ ਜਿਹੜੇ GST ਲੱਗ ਜਾਣਾ, ਇਹ ਇਸ ਕਰਕੇ ਸਭ ਕੁਝ ਹੋ ਰਿਹਾ। ਇਦਾਂ ਦੀ ਇਕਨੋਮੀ ਜਿਹੜੀ ਲਗਾਤਾਰ ਸਾਡੀ ਮਾਈਨਸ 'ਚ ਜਾ ਰਹੀ ਹੈ, ਇਹ ਲੋਕਤੰਤਰ ਜਿਹੜੀ ਹੈ ਇਹ ਓਪੋਜੀਸ਼ਨ ਦੇ ਸਿਰ ਤੇ ਚੱਲਦੀ ਹੈ। ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਤੁਸੀਂ ਉਹਦਾ ਓਪੋਜ਼ ਕਰੋ, ਹਨਾ, ਤੁਸੀਂ ਉਹਦੇ ਵਿਰੋਧ ਵਿੱਚ ਆਓ, ਜਿੱਦਾਂ ਹੁਣ ਅਸੀਂ ਸਾਡੇ ਕਿਸਾਨ ਭਾਈ ਆਏ ਹੋਏ ਨੇ। ਔਰ ਇੱਕ ਖੂਬਸੂਰਤ ਗੱਲ ਹੈ ਕਿ ਸ਼ਾਇਦ ਇਹ ਸਾਡੇ ਤੋਂ ਕੋਈ ਹੰਬੜਾ ਲੈ ਕੇ ਜਿਹੜੇ ਦੂਸਰੇ ਇਕਨੋਮਿਸਟ ਜਿਹੜੇ ਮਤਲਬ ਦੂਸਰੇ ਖੇਤਰ ਨੇ ਉਹਨਾਂ ਦੇ ਲੋਕ ਵੀ ਜਿਹੜੇ ਨੇ ਅੰਦੋਲਨਾਂ ਲਈ ਅੱਗੇ ਆਉਣਗੇ। ਨਹੀਂ ਵਾਕਈ ਖੈਰ ਸਾਹਿਬ, ਇਹ ਵਾਕਈ ਜਿਹੜੀ ਲੋਕਤੰਤਰ ਦੀ ਖੂਬਸੂਰਤੀ ਇਹਦੇ ਵਿੱਚ ਹੀ ਹੁੰਦੀ ਹੈ ਕਿ ਅਗਰ ਕੋਈ ਸਰਕਾਰ ਜਿਹੜੀ ਹੈ ਕੋਈ ਕਾਨੂੰਨ ਲੈ ਕੇ ਆਉਂਦੀ ਹੈ, ਸੋ ਜਿਹੜਾ ਓਪੋਜੀਸ਼ਨ ਹੈ ਉਹਦੀਆਂ ਕਮੀਆਂ ਕੱਢੇ ਫਿਰ ਬਾਅਦ 'ਚ ਆਪਣਾ ਇੱਕ ਮੈਨੀਫੈਸਟੋ ਤਿਆਰ ਕਰੇ ਕਿ ਹਾਂ ਵੀ ਅਗਰ ਅਸੀਂ ਸੱਤਾ ਵਿੱਚ ਆਉਂਦੇ ਹਾਂ ਤਾਂ ਜਿਹੜੀ ਕਮੀਆਂ ਤੁਹਾਨੂੰ ਮੌਜੂਦਾ ਬਿੱਲ ਵਿੱਚ ਨਜ਼ਰ ਆ ਰਹੀਆਂ ਅਸੀਂ ਉਹਨਾਂ ਨੂੰ ਦੂਰ ਕਰਾਂਗੇ ਤੇ ਤੁਹਾਡੇ ਫਾਇਦੇ ਲਈ ਜਿਹੜੀ ਹੋਰ ਚੀਜ਼ਾਂ ਜਿਹੜੀਆਂ ਐਡ ਹੋਣੀਆਂ ਚਾਹੀਦੀਆਂ ਅਸੀਂ ਉਹਨਾਂ ਨੂੰ ਵਿੱਚ ਤਵੱਜੋ ਦੇਵਾਂਗੇ, ਉਹਨਾਂ ਨੂੰ ਐਡ ਕਰਾਂਗੇ। ਪਰ ਜਿਵੇਂ ਕਿ ਤੁਸੀਂ ਕਿਹਾ ਕਿ ਜਿਹੜਾ ਓਪੋਜੀਸ਼ਨ ਹੈ, ਜੋ ਕਿ ਸਟਰੋਂਗੈਸਟ ਜਿਹੜਾ ਕਿਸੇ ਵਕਤ ਹੁੰਦਾ ਸੀਗਾ ਕਾਂਗਰਸ ਦਾ ਜਿਹੜਾ ਹੈ ਨਾ ਓਪੋਜੀਸ਼ਨ, ਉਹ ਬਿਲਕੁਲ ਵੀ ਮੈਂ ਕਹਿੰਦਾ 100 ਵਿੱਚ ਅਗਰ ਪਰਸੈਂਟ 'ਚ ਗੱਲ ਕਰੀ ਤਾਂ ਮਾત્ર ਸਿਰਫ 5% ਹੈ ਜੋ ਆਪਣਾ ਰੋਲ ਅਦਾ ਕਰ ਰਿਹਾ। ਅਦਰਵਾਈਜ਼ ਬਿਲਕੁਲ ਜੀ ਮੈਂ ਕਹਿੰਦਾ ਸ਼ਾਂਤਮਈ ਹੋ ਕੇ ਬੈਠਾ ਹੋਇਆ, ਜਾਂ ਕੀ ਪਤਾ ਆਪਣੇ ਵਿੱਚ ਕੋਈ ਕੁੰਡੀਆਂ ਫਸੀਆਂ ਹੋਣੀਆਂ ਸਰਕਾਰ ਦੇ ਨਾਲ, ਤਾਂ ਹੀ ਮੈਂ ਕਹਿੰਦਾ ਬਿਲਕੁਲ ਮੂੰਹ ਬੰਦ ਰੱਖ ਕੇ ਬੈਠੇ ਹੋਏ ਨੇ ਤੇ ਸਿਰਫ ਵਿਚਲੇ ਕਦੀ ਹਫ਼ਤੇ 'ਚ 1-2 ਵਾਰ ਟਵੀਟ ਕਰਕੇ ਤੇ ਚੁੱਪਚਾਪ ਹੋ ਜਾਂਦਾ ਕਿ ਹਾਂ ਵੀ ਅਸੀਂ ਜੀ ਆਪਣਾ ਰੋਲ ਜਿਹੜਾ ਹੈ ਅਦਾ ਕਰ ਰਹੇ ਹਾਂ। ਅਦਰਵਾਈਜ਼ ਵੇਖਿਆ ਜਾਵੇ ਤਾਂ ਜਿਵੇਂ ਜੋ ਬੜੀ ਟੋਰ ਨਾਲ ਸੋਫੇ ਵਾਲੇ ਟਰੈਕਟਰ ਤੇ ਆ ਕੇ ਇੱਥੇ ਇਹਨਾਂ ਨੇ ਆਪਣੀ ਜਿਹੜੀ ਟਰੈਕਟਰ ਰੈਲੀ ਹੈ ਉਹ ਕੱਢੀ ਸੀ, ਹੁਣ ਕਿੱਥੇ ਗਏ? ਗੱਲ ਤੇ ਉਹੀ ਹੈ ਨਾ ਕਿ ਜੇ ਤੁਹਾਡੇ ਜਿਹੜੇ ਨੀਅਤਾਂ ਤੁਹਾਡੀਆਂ ਸਾਫ਼ ਨੇ ਤਾਂ ਤੁਸੀਂ ਲਗਾਤਾਰ ਜਿਹੜਾ ਹੈ ਉਹ ਸੰਘਰਸ਼ ਨੂੰ ਜਾਰੀ ਰੱਖਦੇ ਆ। ਜੇ ਤੁਸੀਂ ਕਿਸੇ ਇੱਕ ਛੋਟੀ ਟਰਮ ਦੇ ਲਈ ਬੈਨੀਫਿਟ ਦੇ ਲਈ ਕਰਦੇ ਆ ਨਾ, ਫਿਰ ਜਦੋਂ ਤੱਕ ਤੁਹਾਨੂੰ ਬੈਨੀਫਿਟ ਨਜ਼ਰ ਆਉਂਦਾ ਤੁਸੀਂ ਉਸ ਚੀਜ਼ ਦੇ ਲਈ ਉਦੋਂ ਤੱਕ ਕੰਮ ਕਰਦੇ ਆ। ਇਹ ਲੋਕ ਜਿਹੜੀਆਂ ਸਿਆਸੀ ਪਾਰਟੀਆਂ ਨੇ, ਇਹ ਜਾਂ ਤਾਂ ਸਾਡੇ ਇੱਥੇ ਇੱਕ ਸੈੱਟ ਆਫ ਪੈਟਰਨ ਆ, ਜਾਂ ਤਾਂ ਅਸੀਂ ਕੰਮ ਕਰਦੇ ਆ ਉਦੋਂ ਜਦੋਂ ਸਾਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਜਾਂ ਫਿਰ ਅਸੀਂ ਕੰਮ ਉਦੋਂ ਕਰਦੇ ਆ ਜਦੋਂ ਜਿਹੜਾ ਹੈ ਪਾਣੀ ਸਾਡੇ ਸਿਰ ਤੋਂ ਨਿਕਲ ਜਾਂਦਾ ਹੈ।
ਜੀ। ਸੋ ਦੋ ਤਰੀਕੇ ਹੀ ਆ। ਹੁਣ ਜਿਹੜਾ ਹੈ ਪਾਣੀ ਸਿਰ ਤੋਂ ਨਿਕਲਣ ਵਾਲਾ ਜਿਹੜਾ ਹਾਲ ਹੋ ਗਿਆ ਹੈ, ਓਪੋਜੀਸ਼ਨ ਦਾ ਕੰਮ ਇਸ ਟਾਈਮ ਜਿਹੜਾ ਹੈ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਕਰ ਰਹੀਆਂ ਨੇ। ਜੇ ਇਹ ਕੰਮ ਓਪੋਜੀਸ਼ਨ ਨੇ ਕੀਤਾ ਹੁੰਦਾ ਨਾ ਤੇ ਸ਼ਾਇਦ ਸਾਡੇ ਜਿਹੜੇ ਕਿਸਾਨ ਉਸ ਦਿੱਲੀ ਹਾਈਵੇ ਤੇ ਰੁਲਦੇ ਨੇ, ਦਿੱਲੀ ਦੇ ਬਾਰਡਰਾਂ ਤੇ ਰੁਲਦੇ ਨੇ, ਸ਼ਾਇਦ ਉਹ ਕਿਤੇ ਨਾ ਰੁਲਦੇ। ਸੋ ਇੱਥੇ ਇੱਕ ਓਪੋਜੀਸ਼ਨ ਨੂੰ ਜਿਹੜੇ ਤੁਸੀਂ ਦੇਖ ਰਹੇ ਹੋ ਤਾਂ ਕਿਸਾਨਾਂ ਦਾ ਲਗਾਤਾਰ ਮੈਂ ਕਹਿੰਦਾ ਹੁੰਦਾ ਕਿ ਆਈਟੀ ਸੈੱਲ ਬਣੋ, ਤੇ ਆਈਟੀ ਸੈੱਲ ਦੇ ਬਣਨ ਦੇ ਨਾਲ ਨਾਲ ਤੁਸੀਂ ਸੁਚੇਤ ਹੋਣਾ ਜਿਹੜਾ ਹੈ ਉਹ ਵੀ ਬਹੁਤ ਜ਼ਰੂਰੀ ਹੈ। ਸੋ ਓਪੋਜੀਸ਼ਨ ਨੂੰ ਫਟਕਾਰ ਲਾ ਸਕਦੇ ਹੋ, ਆਪਣਾ ਜੇ ਟ੍ਰੈਂਡਿੰਗ ਚਲਾ ਸਕਦੇ ਹੋ ਤਾਂ ਫਿਰ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਓਪੋਜੀਸ਼ਨ ਤੋਂ ਬਿਨਾਂ ਜਿਹੜਾ ਹੈ ਲੋਕਤੰਤਰ ਕਿਸੇ ਵੀ ਜਿਹੜਾ ਹੈ ਕਹਿ ਲਓ ਕਿ ਕੰਮ ਤਾਂ ਨਹੀਂ ਹੁੰਦਾ। ਜੀ ਖੈਰ ਸਾਹਿਬ, ਗੱਲ ਕਰੀਏ ਕਿ ਜਿਹੜੇ ਕਾਫੀ ਸਾਰੇ ਅਲੱਗ-ਅਲੱਗ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਕੋਈ ਮੈਟਰ ਨਹੀਂ ਕਰਦਾ ਕਿ ਹਾਂ ਵੀ ਉੱਥੇ MSP ਪਹਿਲਾਂ ਮਿਲਦੀ ਸੀ ਜਾਂ ਨਹੀਂ ਮਿਲਦੀ ਸੀ, ਪਰ ਹਾਂ ਉਹਨਾਂ ਦੀ ਇੱਕ ਸੋਚ ਜ਼ਰੂਰ ਹੈ ਕਿ ਅਗਰ ਜੇ ਇਹ ਜਿਹੜੇ ਬਿੱਲ ਨੇ ਵਾਪਸ ਹੁੰਦੇ ਨੇ, ਇੱਕ ਨਵੇਂ ਬਿੱਲ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ MSP ਹਰ ਕਿਸਾਨ ਨੂੰ ਮਿਲੇ। ਉਹਦੇ 'ਚ ਇਹ ਨਹੀਂ ਕਿਹਾ ਜਾ ਰਿਹਾ ਕਿ ਇਕੱਲੇ ਪੰਜਾਬ ਤੇ ਹਰਿਆਣਾ ਨੂੰ ਮਿਲੇ, ਪੂਰੇ ਭਾਰਤ ਵਿੱਚ ਫਿਰ ਜਿਹੜਾ ਨਿਯਮ ਹੈ ਉਹ ਆਏਗਾ। ਸੋ ਕਿਸਾਨਾਂ ਨੂੰ, ਜਿਹੜੇ ਬਾਕੀ ਸੂਬਿਆਂ ਦੇ ਜਿਹੜੇ ਕਿਸਾਨ ਨੇ, ਉਹਨਾਂ ਦੀ ਅੱਖਾਂ ਵਿੱਚ ਵੀ ਇੱਕ ਰੋਸ਼ਨੀ ਦੀ ਕਿਰਨ, ਜਿਹੜੀ ਉਮੀਦ ਦੀ ਕਿਰਨ ਹੈ, ਉਹਨਾਂ ਨੂੰ ਨਜ਼ਰ ਆ ਰਹੀ ਹੈ ਕਿ ਹਾਂ ਬਈ ਜੇਕਰ ਜਿਹੜਾ ਅੰਦੋਲਨ ਹੈ ਅਗਰ ਸਕਸੈਸਫੁਲ ਹੋ ਜਾਂਦਾ ਹੈ, ਸੋ ਨਵਾਂ ਕਾਨੂੰਨ ਬਣਦਾ ਹੈ, ਸੋ ਉਹਨਾਂ ਨੂੰ ਵੀ ਜਿਹੜਾ ਬਣਦਾ ਜਿਹੜਾ ਮੁੱਲ ਹੈ ਉਹ ਮਿਲੇ ਕਰੇਗਾ, ਤਾਂ ਜੋ ਬਾਕੀ ਸਟੇਟਾਂ ਵਿੱਚ ਜਿਹੜੇ ਮੂਵ ਹੁੰਦੇ ਨੇ ਅੱਜ ਕੱਲ੍ਹ ਦੇਖਦੇ ਹਾਂ ਆਪਾਂ, ਬਿਹਾਰ ਤੋਂ UP ਦੇ ਕਿਸਾਨ ਨੇ ਪੰਜਾਬ 'ਚ ਆਉਂਦੇ ਨੇ ਜਾਂ ਹਰਿਆਣਾ 'ਚ ਆਉਂਦੇ ਨੇ, ਸੋ ਉਹ ਜਿਹੜੀ ਪਾਇਲਟਿੰਗ ਹੈ ਉਹ ਬੰਦ ਹੋ ਜਾਏਗੀ। ਉਹਨਾਂ ਨੂੰ ਆਪਣੇ ਸੂਬੇ ਵਿੱਚ, ਆਪਣੇ ਘਰ ਵਿੱਚ ਬੈਠ ਕੇ ਉਹਨਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ। ਅੱਛਾ, ਇਹ ਗੱਲ ਗੌਰ ਕਰਨ ਵਾਲੀ ਹੈ ਕਿ ਪੂਰੇ ਭਾਰਤ ਨੂੰ ਪਤਾ ਹੈ ਕਿ ਸਿਵਾਏ ਹਰਿਆਣਾ ਤੇ ਪੰਜਾਬ ਤੋਂ MSP ਕਿਤੇ ਨਹੀਂ ਮਿਲਦਾ। ਉਹ ਵੀ ਸਿਰਫ 2-3 ਫਸਲਾਂ, ਉਹ ਵੀ 2 ਫਸਲਾਂ ਦੇ ਉੱਤੇ। ਬੇਸਿਕਲੀ ਅਸੀਂ 2 ਫਸਲਾਂ ਦੀ ਗੱਲ ਕਰਦੇ ਹਾਂ ਅਸੀਂ ਨਾ, ਤੇ ਕਣਕ ਤੇ ਝੋਨੇ ਦੀ ਗੱਲ ਕਰਦੇ ਜੀ। ਪਰ ਦੇਖੋ ਅੱਗੇ ਕੋਈ ਨਹੀਂ ਆ ਰਿਹਾ, ਬੋਲ ਕਿਉਂ ਨਹੀਂ ਰਿਹਾ। UP ਦਾ ਹਾਲ ਦੇਖ ਲਿਆ, ਹਾਲ ਇੰਨਾ ਬੁਰਾ ਹੈ। ਬਿਹਾਰ ਤਾਂ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ। ਤੁਸੀਂ ਬਿਹਾਰ ਜਾ ਕੇ ਦੇਖੋ, ਤੁਸੀਂ ਸਾਨੂੰ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਬਹੁਤ ਜ਼ਮੀਨ ਹੈ, ਗੁਜ਼ਾਰੇਯੋਗ ਉਹਨਾਂ ਕੋਲੇ ਬਹੁਤ ਜ਼ਮੀਨ ਹੈ, ਪਰ ਉਹ ਫਿਰ ਵੀ ਜਿਹੜੀ ਹੈ ਆਪਣੀ ਜ਼ਮੀਨ ਭਾਗ ਛੱਡ ਕੇ ਕਿਤੇ ਪੰਜਾਬ ਦੇ ਵਿੱਚ ਆ ਰਹੇ ਨੇ ਜਾਂ ਹਰਿਆਣਾ ਦੇ ਵਿੱਚ ਆ ਰਹੇ ਨੇ। ਸੋ ਕਿਤੇ ਨਾ ਕਿਤੇ ਜਿਹੜਾ ਉਹ ਆਪਾਂ ਕਹਿ ਲਈਏ ਕਿ ਮੰਡੀਕਰਨ ਸਿਸਟਮ ਜਿਹੜਾ ਇਹਨਾਂ ਨੇ ਉੱਥੇ ਲਾਗੂ ਕੀਤਾ ਸੀਗਾ, ਉਹਨੇ ਇਹਨਾਂ ਦਾ ਲੱਕ ਤੋੜ ਦਿੱਤਾ। ਲੱਕ ਤੋੜ ਗਿਆ, ਪਰ ਫਿਰ ਵੀ ਦੇਖੋ ਬੋਲਦਾ ਕੋਈ ਨਹੀਂ ਹੈ। ਸਭ ਪਤਾ, ਸਭ ਨੂੰ ਸਭ ਕੁਝ ਹੈ, ਪਰ ਬੋਲਣਾ ਜਿਹੜਾ ਹੈ ਉਹ ਔਖਾ ਹੈ। ਇਸ ਟਾਈਮ ਇਹ ਲੱਗ ਰਿਹਾ ਹੈ ਕਿ ਚਲੋ ਜੇ ਇਹ ਬੋਲ ਰਹੇ ਨੇ ਤਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜ ਜਾਈਏ। ਸੋ ਇੱਕ ਤਰੀਕੇ ਨਾਲ ਚੰਗੀ ਗੱਲ ਹੈ ਜਦੋਂ ਕੋਈ ਕਹਿੰਦੇ ਹੁੰਦੇ ਨੇ ਕਿ ਤੁਸੀਂ ਨਹੀਂ ਬੋਲ ਸਕਦੇ, ਜਿਹੜਾ ਬੋਲ ਰਿਹਾ ਉਹਦੇ ਨਾਲ ਖੜਨਾ ਜਿਹੜਾ ਹੈ ਬਹੁਤ ਜ਼ਰੂਰੀ ਹੁੰਦਾ। ਵਾਕਈ। ਸੋ ਗੱਲ ਨੂੰ ਇੱਕ ਲਾਸਟ ਗੱਲ ਦੇ ਨਾਲ ਇੱਥੇ ਖਤਮ ਕਰਦੇ ਹਾਂ ਕਿ ਜਿਵੇਂ ਕਿ ਕੇਂਦਰ ਸਰਕਾਰ ਜੋ ਹੈ ਬਾਰ-ਬਾਰ ਇਹੀ ਕਹੀ ਜਾ ਰਹੀ ਹੈ ਕਿ ਹਾਂ ਵੀ ਜਿਹੜੇ ਰੂਲਸ ਨੇ ਬੜੇ ਚੰਗੇ ਨੇ, ਬੜੇ ਫਾਇਦੇਮੰਦ ਨੇ। ਸੋ ਕਿਤੇ ਇੱਕ ਸਟੇਟ ਦੇ ਕਿਸੇ ਇੱਕ ਕਿਸਾਨ ਨਾਲ ਗੱਲਬਾਤ ਕਰਵਾ ਦਿੰਦੇ ਕਿ ਹਾਂ ਵੀ ਦੇਖੋ ਜੀ ਅਸੀਂ ਆਹ ਨਵਾਂ ਰੂਲ ਬਣਾਇਆ ਤੇ ਇੱਥੇ ਆਹ ਬੰਦੇ ਨੇ ਆਹ ਰੂਲ ਫੋਲੋ ਕੀਤਾ ਤੇ ਇਹਨੂੰ ਬੜਾ ਫਾਇਦਾ ਹੋ ਰਿਹਾ, ਜੋ ਜਨਾਬ ਤੁਸੀਂ ਵੀ ਕਰਨਾ ਸ਼ੁਰੂ ਕਰ ਦਿਓ। ਕਿਉਂ? ਅਗਰ ਉਹਨਾਂ ਨੂੰ ਪਤਾ ਹੀ ਆ ਕਿ ਨਾ ਬਿਹਾਰ ਨਾ UP, ਈਵਨ ਯੂਰਪ ਦੀ ਗੱਲ ਕਰੀਏ, ਈਵਨ ਹੋਰ ਮੁਲਕਾਂ ਦੀ ਗੱਲ ਕਰੀਏ, ਉੱਥੇ ਵੀ ਜਿਹੜਾ ਸਿਸਟਮ ਹੈ ਉਹ ਨਹੀਂ ਚੱਲ ਪਾਇਆ। ਉੱਥੋਂ ਦੇ ਕਿਸਾਨ ਵੀ ਜਿਹੜੇ ਨੇ ਬਹੁਤੇ ਨਹੀਂ ਖੁਸ਼ ਹੋਏ, ਤਾਂ ਹੀ ਉੱਥੋਂ ਦੇ ਲੋਕਾਂ ਨੇ, ਉੱਥੋਂ ਦੀ ਸਰਕਾਰਾਂ ਨੇ ਸਿਸਟਮ ਨੂੰ ਫਲੋਪ ਸਿਸਟਮ ਕਿਹਾ। ਤੇ ਫਲੋਪ ਸਿਸਟਮ ਜਿਹੜਾ ਹੈ ਭਾਰਤ ਲਿਆਉਣ ਵਿੱਚ ਕੇਂਦਰ ਸਰਕਾਰ ਜੋ ਹੈ ਭਾਰਤ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਸਾਡੇ ਕਿਸਾਨ ਵੀਰ ਨਹੀਂ ਲਿਆਉਣ ਦੇਣਗੇ। ਸੋ ਹੋਰ ਵੀ ਜਿਹੜੀ ਗੱਲਾਂ ਬਾਤਾਂ ਨੇ ਅਸੀਂ ਕਰਾਂਗੇ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ, ਗੱਲਬਾਤ ਕਰਾਂਗੇ ਬਾਲੀਵੁੱਡ ਐਂਗਲ ਦੀ, ਖਾਸ ਕਰਕੇ ਇਸ ਅੰਦੋਲਨ ਦੇ ਨਾਲ। ਦੇਖਦੇ ਰਹੋ ਪੰਜਾਬ ਮੇਲ USA TV। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics with Attorney at Law ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਅਖਬਾਰਨਾਮੇ ਦੇ ਵਿੱਚ। ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਖਹਿਰਾ ਸਾਹਿਬ ਕਿ ਜਿਹੜਾ ਹੁਣ ਜਿਹੜੀ ਲੜਾਈ ਹੈ ਉਹ ਟਰੈਕਟਰ ਤੋਂ ਟਵਿੱਟਰ ਤੱਕ ਹੋ ਚੁੱਕੀ ਹੈ, ਹੈ ਨਾ। ਟਰੈਕਟਰ ਤੇ ਤਾਂ ਸਾਰੇ ਜਿਹੜੇ ਸਾਡੇ ਕਿਸਾਨ ਵੀਰ ਨੇ, ਪਤਾ ਨਹੀਂ ਕਿੰਨੇ 12 ਲੱਖ ਦੇ ਤਕਰੀਬਨ ਜਿਹੜੇ ਟਰੈਕਟਰ ਨੇ, ਗੱਡੀਆਂ ਨੇ ਇਸ ਵਕਤ ਸਿੰਘੂ ਬਾਰਡਰ ਜਾਂ ਹੋਰ ਜਿਹੜੇ ਲਾਗੇ ਛਾਗੇ ਬਾਰਡਰ ਨੇ ਉੱਥੇ ਖੜੇ ਨੇ। ਕਿੰਨੀ ਜਿਹੜੀ ਤਮਾਮ ਸਾਡੀ ਜਿਹੜੀ ਆਵਾਮ ਹੈ ਪੰਜਾਬ ਦੀ ਜਾਂ ਹੋਰ ਕਿਸਾਨ ਯੂਨੀਅਨਸ ਨੇ ਉੱਥੇ ਮੌਜੂਦ ਨੇ। ਪਰ ਟਵਿੱਟਰ ਤੇ ਵੀ, ਕਿਉਂਕਿ ਹਰ ਕੋਈ ਉੱਥੇ ਨਹੀਂ ਜਾ ਸਕਦਾ, ਹੈ ਨਾ, ਸੋ ਉੱਥੇ ਵੀ ਵੱਖਰੀ ਜਿਹੜੀ ਲੜਾਈ ਹੈ ਉਹ ਸ਼ੁਰੂ ਕੀਤੀ ਸੀ ਆਪਣੀ ਦਿਮਾਗ ਖਰਾਬ ਔਰਤ ਜਿਹਨੂੰ ਕਹਿ ਸਕਦੇ ਹੈ ਨਾ, ਕੰਗਣਾ ਨੇ ਕੁਝ ਮੰਦਭਾਗੀ ਕਮੈਂਟ ਕੀਤਾ, ਜਿਸ ਤੋਂ ਬਾਅਦ ਪੂਰੀ ਲਹਿਰ ਉਹਦੇ ਵਿਰੁੱਧ ਹੋ ਗਈ, ਜੋ ਕਿ ਡਿਜ਼ਰਵਿੰਗ ਸੀਗਾ। ਫਿਰ ਤਾਂ ਵੀ ਉਹ ਬਾਜ਼ ਨਹੀਂ ਆਈ।
ਜਿੱਥੇ ਉਹਦੇ ਕੋਲ ਡਿਮਾਂਡ ਕੀਤੀ ਜਾ ਰਹੀ ਸੀ ਕਿ ਹਾਂ ਵੀ ਉਹ ਮਾਫੀ ਮੰਗੇ, ਉਹ ਫਿਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਈ। ਜਿੱਥੇ ਹੋਰ ਵੀ ਕਾਫੀ ਸਾਰੇ ਪੰਜਾਬੀ ਇੰਡਸਟਰੀ ਦੇ ਲੋਕਾਂ ਨੇ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਜਵਾਬ ਮਿਲ ਵੀ ਰਿਹਾ। ਸੋ ਇੱਕ ਹੋਰ ਕੁੜੀ ਉੱਠ ਗਈ, ਪਾਇਲ ਰੋਹਤਗੀ, ਉਹਨੇ ਜੀ ਰੈਗੂਲਰ ਜਿਹੜਾ ਹੈ ਆਪਣਾ ਜਿਹੜਾ ਕਮੈਂਟ ਹੈ ਇਹਦੇ ਉੱਪਰ ਕਰ ਰਹੀ ਹੈ, ਇਸ ਨੂੰ ਖਾਲਿਸਤਾਨੀ ਸਪੋਰਟਰ ਕਹਿ ਰਹੀ ਹੈ, ਇਸ ਨੂੰ ਪੋਲੀਟੀਕਲ ਏਜੰਡਾ ਕਹਿ ਰਹੀ ਹੈ, ਜਦ ਕਿ ਉਹਦੀ ਇੱਕ ਆਪਣੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੰਦਾ ਕਲੇਮ ਕਰ ਰਿਹਾ, ਈਵਨ ਇੱਕ ਸਟਿੰਗ ਆਪਰੇਸ਼ਨ ਦੀ ਵੀਡੀਓ ਹੈ ਜਿਸ ਵਿੱਚ ਖੁਦ ਬਿਆਨ ਕਰ ਰਹੀ ਹੈ ਕਿ ਮੈਂ ਕਿਸੇ ਟੌਪਿਕ ਤੇ ਬੋਲਣ ਦਾ ਕਿੰਨਾ ਪੈਸਾ ਲੈਂਦੀ ਹਾਂ। ਸੋ ਵੀਡੀਓ ਕਾਫੀ ਪੁਰਾਣੀ ਲੱਗ ਰਹੀ ਹੈ, ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਸਾਨੂੰ ਨਹੀਂ ਪਤਾ, ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਹਾਂ ਵੀ ਜੇ ਉਹ ਇਸ ਟੌਪਿਕ ਤੇ ਬੋਲਦੀ ਪਈ ਹੈ ਸਿਰਫ ਤੇ ਸਿਰਫ ਲਾਈਮਲਾਈਟ 'ਚ ਆਉਣ ਲਈ ਬੋਲਦੀ ਪਈ ਹੈ, ਬਾਕੀ ਹੋਰ ਕੋਈ ਸਿਰ ਪੈਰ ਨਹੀਂ ਹੈ ਉਹਦਾ ਇਸ ਮੁੱਦੇ ਦੇ ਨਾਲ। ਜੀ ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਇਹਨਾਂ ਦੀ ਲਾਈਮਲਾਈਟ ਹੋਣ ਦੇ ਨਾਲ ਜਿਹੜਾ ਹੈ, ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਦੇ ਬਾਲੀਵੁੱਡ ਦੇ ਵਿੱਚ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਕੋਈ ਵੀ ਪਬਲਿਸਿਟੀ ਜਿਹੜੀ ਆ ਉਹ ਬੈਡ ਪਬਲਿਸਿਟੀ ਹੁੰਦੀ। ਪੂਨਮ ਪਾਂਡੇ ਤੋਂ ਲੈ ਕੇ ਅਸੀਂ ਬਹੁਤ ਸਾਰੇ ਹੋਰ ਜਿਹੜੇ ਆਪਾਂ ਕਹਿ ਲਈਏ ਕਿ ਬਦਜ਼ੁਬਾਨੀ ਜਾਂ ਫਿਰ ਕਹਿ ਲਓ ਕਿ ਉਹ ਕੰਮ ਕਰਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਪਬਲਿਸਿਟੀ ਤੇ ਕੈਮਰਾ ਮਿਲਦਾ ਰਹੇ। ਸੋ ਇਹਨਾਂ ਦੀ ਗੱਲ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਕਰਨੀ ਨਹੀਂ ਚਾਹੀਦੀ ਹੈਗੀ, ਕਿਉਂਕਿ ਇਹ ਸਾਡੇ ਲਈ ਇੰਪੋਰਟੈਂਟ ਨਹੀਂ ਹੈਗੀਆਂ, ਹੈਨਾ। ਇਹ ਬੀਬੀਆਂ ਤੇ ਬਦਜ਼ੁਬਾਨੀ ਕਰਕੇ ਜਾ ਰਹੀਆਂ ਨੇ, ਕਿਉਂਕਿ ਦੇਖੋ ਕੰਗਨਾ ਨੇ ਕਿਹਾ, ਕੰਗਨਾ ਨੂੰ ਅਸੀਂ ਚੰਗਾ ਤਰ੍ਹਾਂ ਜਵਾਬ ਦੇ ਦਿੱਤਾ। ਜਿਉਂਦੇ ਰਹਿਣ ਸਾਡੇ ਪੰਜਾਬ ਦੇ ਉਹ ਕਲਾਕਾਰ ਜਿਹੜੇ ਲਗਾਤਾਰ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ, ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਨੇ, ਕਿਸਾਨੀ ਨੂੰ ਪ੍ਰਮੋਟ ਕਰ ਰਹੇ ਨੇ, ਮਜ਼ਦੂਰ ਏਕਤਾ ਨੂੰ ਪ੍ਰਮੋਟ ਕਰ ਰਹੇ ਨੇ। ਕਿਉਂਕਿ ਦੇਖੋ ਅਸੀਂ ਸਾਰੇ ਹੁਣ ਇੱਕ ਆ, ਪੰਜਾਬ ਦੀ ਇੱਕ ਖਾਸ ਗੱਲ ਹੈ, ਚਾਹੇ ਸਾਡੇ 'ਚ ਲੱਖ ਮਤਭੇਦ ਹੋਣ, ਜਦੋਂ ਸਾਡੇ ਤੇ ਕੋਈ ਜਿਹੜੀ ਭੀੜ ਭੜਦੀ ਹੈ ਨਾ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ। ਸੋ ਇਹ ਕਿਤੇ ਨਾ ਕਿਤੇ ਖੂਬਸੂਰਤ ਗੱਲ ਹੈ ਕਿ ਪੰਜਾਬੀ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ, ਔਰ ਮੈਨੂੰ ਲੱਗਦਾ ਕਿ ਇਦਾਂ ਦੀਆਂ ਡਿਸਟਰੈਕਸ਼ਨ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਕਿਸੇ ਦੀ ਸ਼ਹਿ ਅੰਦਰ ਹੋ ਰਿਹਾ ਹੈ ਚਾਹੇ ਨਹੀਂ ਹੋ ਰਿਹਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਸ਼ਾਂਤਮਈ ਢੰਗ ਦੇ ਨਾਲ ਕਰ ਰਹੇ ਹਾਂ, ਸਾਨੂੰ ਪੂਰੀ ਦੁਨੀਆ ਤੋਂ ਸਪੋਰਟ ਆਉਂਦੀ ਹੈ। ਕੱਲ UN ਦੇ ਜਿਹੜੇ ਹੈ ਪਰਸੋਂ ਉਹਨਾਂ ਨੇ ਆਪਣਾ ਜਿਹੜਾ ਇੱਕ ਸਟੇਟਮੈਂਟ ਦਿੱਤਾ ਸੀਗਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਲੋਕਤੰਤਰ ਦੇ ਵਿੱਚ ਜਿਹੜਾ ਹੈ ਅੰਦੋਲਨ ਕਰਨ ਦਾ ਜਿਹੜਾ ਹੱਕ ਉਹ ਹੈ, ਜੇ ਕੋਈ ਅੰਦੋਲਨ ਸ਼ਾਂਤਮਈ ਹੋ ਰਿਹਾ ਤਾਂ। ਜੀ ਖੈਰ ਸਾਹਿਬ, ਇਸ ਤੋਂ ਇਲਾਵਾ ਗੱਲ ਕਰੀਏ ਪੂਰੇ ਬਾਲੀਵੁੱਡ ਐਂਗਲ ਦੀ, ਉਹ ਖਾਸ ਕਰਕੇ ਤਵੱਜੋ ਮੈਂ ਤਾਂ ਦੇ ਰਿਹਾ ਕਿਉਂਕਿ ਗਿੱਪੀ ਗਰੇਵਾਲ ਸਾਹਿਬ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਹਾਂ ਬਈ ਜਿੰਨੇ ਵੀ ਸਾਡੇ ਬਾਲੀਵੁੱਡ ਦੇ ਸਟਾਰਸ ਨੇ ਬੜੀ ਟੋਰ ਨਾਲ ਪੰਜਾਬ 'ਚ ਆ ਕੇ ਸ਼ੂਟ ਕਰਦੇ ਨੇ, ਐਂਡ ਪੰਜਾਬ ਵੱਲੋਂ ਬੜਾ ਭਰਮਾਂ ਜਿਹਾ ਜਿਹੜਾ ਪਿਆਰ ਹੈ, ਹਮੇਸ਼ਾ ਜਿਹੜੀਆਂ ਮੈਂ ਕਹਿੰਦਾ ਬਾਹਾਂ ਖੋਲ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਨਾ। ਸੋ ਉਹਨਾਂ ਨੇ ਉਮੀਦ ਕੀਤੀ ਕਿ ਹਾਂ ਵੀ ਤੁਸੀਂ ਕਿਉਂ ਨਹੀਂ ਬੋਲਦੇ ਪਏ, ਠੀਕ ਹੈ। ਫਿਰ ਉਸ ਤੋਂ ਬਾਅਦ ਜੀ ਕਾਫੀ ਸਾਰੇ ਜਿਹੜੇ ਸੈਲਬ ਸੀਗੇ ਜਿਹੜੇ ਕਿ ਇੰਟਰਨੈਸ਼ਨਲ ਇਮੇਜ ਰੱਖਦੇ ਨੇ, ਮੈਂ ਗੱਲ ਕਰ ਰਿਹਾ ਪ੍ਰਿਯੰਕਾ ਚੋਪੜਾ ਦੀ, ਠੀਕ ਹੈ, ਜੋ ਜਿਹਨਾਂ ਨੇ ਬਾਲੀਵੁੱਡ 'ਚ ਕੰਮ ਕੀਤਾ ਤੇ ਹਾਲੀਵੁੱਡ ਵਿੱਚ ਵੀ ਆਈ ਹੈ ਤੇ ਹਾਲੀਵੁੱਡ 'ਚ ਵੀ ਕੰਮ ਕਰਦੀ ਹੈ। ਹੁਣ ਉਹਨਾਂ ਨੇ ਵੀ ਪੂਰਾ ਇੱਕ ਮੈਂ ਕਹਿੰਦਾ ਇੱਕ ਲਿਖਿਆ ਹੈ, ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਵਾਕਈ ਅਗਰ ਅਸੀਂ ਕੁਝ ਵੀ ਕਰ ਲਈਏ ਖਾਣ ਪੀਣ ਨੂੰ, ਅਸੀਂ ਕਿਸਾਨਾਂ ਤੇ ਡਿਪੈਂਡ ਕਰਦੇ ਹਾਂ। ਮੈਂ ਉਹਨਾਂ ਦਾ ਟਵਿੱਟਰ ਹੀ ਖੋਲ ਕੇ ਬੈਠਾ ਹਾਂ, ਕਹਿੰਦੇ ਕਿ ਆਰ ਫਾਰਮਰਸ ਆਰ ਇੰਡੀਅਨ ਫੂਡ ਸੋਲਜਰ, देयर फेयर्स नीड टू बी allied, ਬਿਲਕੁਲ, देयर होप्स नीड्स टू बी met as thriving democracy। ਮਤਲਬ ਕਿਤੇ ਨਾ ਕਿਤੇ ਦੇਖੋ ਬੜੀ ਖੂਬਸੂਰਤ ਗੱਲ ਹੈ। ਮੈਂ ਉਹੀ ਕਹਿ ਰਿਹਾ ਸੀ, ਅਸੀਂ ਸਾਰੇ ਜਾਣਦੇ ਹਾਂ ਕਿ ਕੀ ਹੋ ਰਿਹਾ ਸਾਡੇ ਦੇ ਮੁਲਕ ਦੇ ਵਿੱਚ। ਇਹੀ ਜਿਹੜੇ ਸਾਡੇ ਨੇਤੇ ਨੇ ਇਹੀ ਕਹਿੰਦੇ ਆ ਜੀ ਕਿਸਾਨ ਤੇ ਜਿਹੜਾ ਜੈ ਕਿਸਾਨ ਤੇ ਜੈ ਜਵਾਨ। ਹੁਣ ਦੇਖੋ ਕਿਸਾਨ ਜਿਹੜਾ ਹੈ ਉਹ ਐਵੇਂ ਸੜਕਾਂ ਤੇ ਆਇਆ ਹੋਇਆ, ਹੁਣ ਇਹ ਕਿੱਥੇ ਨੇ? ਗੱਲ ਤੇ ਇਹ ਹੈ ਨਾ ਕਿ ਆਪਣਾ ਬਣਦਾ ਫਰਜ਼ ਜਿਹੜਾ ਹੈ ਨਹੀਂ ਨਿਭਾ ਰਹੇ। ਜੇ ਤੁਸੀਂ ਜੈ ਕਿਸਾਨ ਜੈ ਜਵਾਨ ਦਾ ਨਾਰਾ ਲਾਉਂਦੇ ਹੋ ਤਾਂ ਉਹਨੂੰ ਪੂਰਾ ਕਰਕੇ ਵੀ ਦਿਖਾਓ। ਬਿਲਕੁਲ, ਮੈਂ ਵੀ ਕੱਲ ਕਿਤੇ ਪੜ੍ਹ ਰਿਹਾ ਸੀਗਾ ਕਿ ਜੇ ਤੁਸੀਂ ਅਗਰ ਜਵਾਨ ਦੇ ਖਿਲਾਫ ਕੁਝ ਬੋਲਦੇ ਹੋ ਹਨਾ, ਤੁਹਾਨੂੰ ਜੀ ਐਂਟੀ ਨੈਸ਼ਨਲਿਸਟ ਕਿਹਾ ਜਾਂਦਾ, ਤਾਂ ਬਈ ਫਿਰ ਤੁਸੀਂ ਅਗਰ ਕਿਸਾਨ ਦੇ ਖਿਲਾਫ ਕੁਝ ਬੋਲਦੇ ਹੋ ਤੇ ਉਹ ਐਂਟੀ ਨੈਸ਼ਨਲਿਸਟ ਕਾਹਤੋਂ ਨਹੀਂ ਹੁੰਦਾ ਹਨਾ। ਸੋ ਜਿਹੜਾ ਪ੍ਰਿਯੰਕਾ ਚੋਪੜਾ ਦਾ ਕਮੈਂਟ ਹੈ, ਉਹਨਾਂ ਨੇ ਵੀ ਸਾਫ਼ ਜ਼ਾਹਿਰ ਕਰ ਦਿੱਤਾ ਕਿ ਹਾਂ ਬਈ ਉਹ ਡਜ਼ਨਟ ਮੈਟਰ ਕਿ ਹਾਂ ਵੀ ਉਹ ਪ੍ਰਧਾਨ ਮੰਤਰੀ ਦੀ ਇੱਕ ਸਕੀਮ ਦੇ ਬ੍ਰਾਂਡ ਐਂਬੈਸਡਰ ਵੀ ਰਹਿ ਚੁੱਕੇ ਨੇ, ਦੇਸ਼ ਦੀ ਹੋਰ ਵੀ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮੁੱਖ ਚਿਹਰੇ ਰਹਿ ਚੁੱਕੇ ਨੇ, ਬਟ ਫਿਰ ਵੀ ਉਹਨਾਂ ਦੇ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਚੱਕੀ ਹੈ। ਇਸ ਤੋਂ ਇਲਾਵਾ ਸੋਨਮ ਕਪੂਰ ਜੋ ਕਿ ਪਿੱਛੋਂ ਸ਼ਾਇਦ ਪੰਜਾਬੀ ਬੈਕਗਰਾਊਂਡ ਰੱਖਦੇ ਨੇ, ਉਹਨਾਂ ਦੇ ਹਸਬੈਂਡ ਵੀ ਪੰਜਾਬੀ ਨੇ, ਬਟ ਇਸ ਕਰਕੇ ਨਹੀਂ, ਉਹਨਾਂ ਨੇ ਫਿਰ ਵੀ ਜੈਨੂਅਨ ਤਰੀਕੇ ਦੇ ਨਾਲ ਮੈਂ ਕਹਿੰਦਾ ਲਗਾਤਾਰ 15 ਪੋਸਟਾਂ ਜਿਹੜੀਆਂ ਹੈ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ, ਐਂਡ ਸਾਫ਼ ਕਿਹਾ ਕਿ ਹਾਂ ਵੀ ਜਿਹੜੀ ਗੱਲ ਹੋ ਰਹੀ ਹੈ ਪੀਸਫੁਲੀ ਹੋ ਰਹੀ ਹੈ, ਉਹ ਬਹੁਤ ਚੰਗੀ ਗੱਲ ਆ। ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹ ਵੀ ਬੜੀ ਚੰਗੀ ਗੱਲ ਆ। ਸੋ ਉਹਨਾਂ ਨੇ ਇਹੀ ਕਿਹਾ ਕਿ ਹਾਂ ਵੀ ਜਿਹੜੀ ਸਰਕਾਰ ਇਸ ਨੂੰ ਜਲਦ ਤੋਂ ਜਲਦ ਜਿਹੜਾ ਆਪਣਾ ਡਿਸੀਜਨ ਹੈ ਉਹ ਲੈਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਮਹਾਰਾਸ਼ਟਰ ਦੇ ਮੁੰਬਈ ਦੇ ਜਿਹੜੇ ਐਕਟਰ ਨੇ ਰਿਤੇਸ਼ ਦੇਸ਼ਮੁਖ, ਬਾਲੀਵੁੱਡ 'ਚ ਕਾਫੀ ਵੱਡਾ ਨਾਮ ਹੈ ਉਹਨਾਂ ਦਾ, ਐਂਡ ਪੋਲੀਟੀਕਲ ਵੀ ਉਹਨਾਂ ਦੀ ਫੈਮਿਲੀ 'ਚ ਕਾਫੀ ਮੈਂ ਕਹਾਂ ਕਿ ਹੋਲਡ ਰਿਹਾ। ਸੋ ਉਹਨਾਂ ਨੇ ਵੀ ਟਵੀਟ ਕੀਤਾ ਕਿ ਬਈ ਕਿਸਾਨ ਹੈ ਤੇ ਅਸੀਂ ਹਾਂ। ਸੋ ਉਹਨਾਂ ਨੇ ਵੀ ਸੇਮ ਗੱਲ ਕਹੀ ਹੈ ਕਿ ਹਾਂ ਵੀ ਕਿਸਾਨਾਂ ਦੀ ਜਿਹੜੀ ਲੜਾਈ ਹੈ ਉਹਨਾਂ ਵਿੱਚ ਉਹ ਵੀ ਨਾਲ ਖੜੇ ਨੇ। ਸੋ ਬਾਲੀਵੁੱਡ ਐਂਗਲ ਕਾਫੀ ਅਹਿਮ ਰੱਖਦਾ ਹੈ ਕਿਉਂਕਿ ਕਾਫੀ ਸਾਰੀ ਫੈਨ ਫੋਲੋਇੰਗ ਜਿਹੜੇ ਹੁੰਦੀ ਨੇ ਉਹ ਵੀ ਫਿਰ ਕਿਤੇ ਡਾਇਵਰਟ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਦੇਸ਼ 'ਚ ਹੋਰ ਕੀ ਚੱਲ ਰਿਹਾ, ਕਿਉਂਕਿ ਕਾਫੀ ਸਾਰੇ ਲੋਕੀ ਨੇ ਜਿਹੜਾ ਨੂੰ ਸ਼ਾਇਦ ਨੌਲੇਜ ਸ਼ਾਇਦ ਨਾ ਹੋਵੇ। ਸੋ ਇਹ ਤਾਂ ਹੈਗੇ ਨੇ ਜਿਹੜੇ ਬਈ ਈਵਨ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਜਾਬ ਤੋਂ ਨਹੀਂ ਬਿਲੋਂਗ ਕਰਦੇ, ਪਰ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ, ਜਿਹੜੇ ਪੰਜਾਬ ਤੋਂ MP ਚੁਣੇ ਗਏ ਨੇ,
ਉਹ ਕੀ ਗੱਲ ਕਰ ਰਹੇ ਨੇ? ਮੈਂ ਗੱਲ ਕਰ ਰਿਹਾ ਦੀ ਗੱਲ ਕਰ ਰਹੇ ਤੁਸੀਂ। ਹਾਂਜੀ, ਹੰਸਰਾਜ ਦੀ ਗੱਲ ਕਰ ਰਿਹਾ ਮੈਂ, ਸੰਨੀ ਦਿਓਲ ਦੀ ਗੱਲ ਕਰ ਰਿਹਾ, ਉਹ ਕੀ ਕਰ ਰਹੇ ਨੇ? ਦੇਖੋ ਸੰਨੀ ਦਿਓਲ ਤੇ ਅੱਜ ਕੱਲ੍ਹ ਬਿਮਾਰ ਹੈ, ਬਿਲਕੁਲ ਉਸ ਤਰੀਕੇ ਨਾਲ ਬਿਮਾਰ ਹੈ ਜਿਵੇਂ ਸਾਡੀ ਹਰਸਿਮਰਤ ਕੌਰ ਬਾਦਲ ਹੁਣੀ ਬਿਮਾਰ ਨੇ, ਜਿਵੇਂ ਸਾਡੇ ਵੱਡੇ ਬਾਦਲ ਹੁਣੀ ਬਿਮਾਰ ਨੇ। ਮੈਨੂੰ ਤਾਂ ਸੁਖਬੀਰ ਬਾਦਲ ਹੁਣਾਂ ਦੀ ਵੀ ਸਟੇਟਮੈਂਟ ਅੱਜ ਨਹੀਂ ਮੈਂ ਵੀ ਬਿਮਾਰ ਹਾਂ ਇਹਨਾਂ ਤੇ ਕਿਤੇ ਕਿਤੇ ਇਹ ਨਾ ਹੋ ਜਾਵੇ ਕਿ ਉਹਨਾਂ ਨੂੰ ਵੀ ਕਰੋਨਾ ਹੋ ਜਾਵੇ। ਕਰੋਨਾ ਦੇ ਪਤਾ ਨਹੀਂ ਜਿਹੋ ਜਿਹੇ ਹਾਲਾਤਾਂ ਦੀ ਗੱਲ ਕਰਦੇ, ਮੈਨੂੰ ਲੱਗਦਾ ਇਹਨਾਂ ਲੂਜ਼ ਮੋਸ਼ਨ ਜ਼ਰੂਰ ਲੱਗੇ ਹੋਣੇ ਆ ਜਿਹੜੇ ਕੁਝ ਵੀ ਸਾਹਮਣੇ ਆ ਕੇ ਕੁਝ ਵੀ ਬੋਲਦੇ ਨਹੀਂ ਪਏ। ਦੇਖੋ ਇਹ ਵੱਲ ਬਹੁਤ ਮੰਦਭਾਗੀ ਹੈ, ਜਿੱਥੇ ਓਪੋਜੀਸ਼ਨ ਜਿਹੜਾ ਹੈ ਉਹ ਆਪਣਾ ਰੋਲ ਨਹੀਂ ਅਦਾ ਕਰ ਰਿਹਾ, ਉੱਥੇ ਪੰਜਾਬ ਦੇ ਇਹ ਜਿਹੜੇ ਨਾਮੀ ਗ੍ਰਾਮੀ ਜਿਹੜੇ ਨੇ, ਜਿਹੜੇ ਇਹਨੂੰ ਕਹੀਏ ਲੀਡਰ ਨੇ, ਉਹ ਅਜੇ ਤੱਕ ਇਹਨਾਂ ਦਾ ਕੋਈ ਚੰਗਾ ਰੋਲ ਮੈਂ ਨਹੀਂ ਵੇਖਿਆ। ਬਣਦਾ ਰੋਲ ਜਿਹੜਾ ਹੈ ਇਹਨਾਂ ਨੂੰ ਅਦਾ ਕਰਨਾ ਚਾਹੀਦਾ। ਇੱਕ ਤਰੀਕੇ ਨਾਲ ਇਹ ਇੱਕ ਟਾਈਮ ਹੈ ਜਿੱਥੇ ਤੁਸੀਂ ਦੱਸੋਗੇ ਕਿ ਅਸੀਂ ਤੁਹਾਡੇ ਲਈ ਖੜ ਰਹੇ ਹਾਂ। ਤੁਸੀਂ ਇਕੱਲੀਆਂ ਰੈਲੀਆਂ ਕੀਤੀਆਂ, ਬਹੁਤ ਚੰਗਾ ਰੈਲੀਆਂ, ਤੇ ਫਿਰ ਦੂਸਰਿਆਂ ਨੇ ਸੋਫਿਆਂ ਤੇ ਆ ਕੇ ਵੀ ਕੀਤੀਆਂ। ਤੁਸੀਂ ਤਾਂ ਪੰਜਾਬ ਦੇ ਚਾਏ ਹੋਏ ਹੋ, ਪੰਜਾਬ ਦੇ ਲਈ ਖੜਨਾ ਦਾ ਟਾਈਮ ਜਿਹੜਾ ਹੈ ਹੋਣਾ। ਜੇ ਤੁਸੀਂ ਨਹੀਂ ਖੜ ਰਹੇ ਤਾਂ ਪੰਜਾਬੀ ਜਿਹੜੇ ਨੇ ਉਹ ਤੁਹਾਨੂੰ ਜਿਹੜਾ ਹੈ ਕੱਲ੍ਹ ਨੂੰ ਕਿਤੇ ਨਹੀਂ ਖੜਨ ਦੇਣਗੇ। ਸੋ ਇਹ ਲੋਕ ਜਿਹੜੇ ਨੇ, ਵੈਸੇ ਮੈਂ ਐਕਚੁਅਲੀ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀ ਸਿਆਸਤ ਕਰਦੇ ਨੇ ਉਹਨਾਂ ਨੂੰ ਸਿਰਫ ਸਿਆਸਤ ਦੀ ਹੈ। ਸੋ ਸਿਆਸਤ ਜਿਹੜੀ ਹੈ ਉਹ ਚਾਹੇ ਕਿਤੇ ਵੀ ਹੋਵੇ, ਚਾਹੇ ਕਿੱਦਾਂ ਦੀ ਵੀ ਹੋਵੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਸੋ ਇਹ ਕਿਤੇ ਨਾ ਕਿਤੇ ਉਦੋਂ ਆਉਣਗੇ ਜਦੋਂ ਮੌਕੇ ਤੇ ਚੌਕਾ ਮਾਰਨਾ ਹੋਵੇ। ਸੋ ਇਹ ਵੀ ਗੱਲ ਹੋ ਗਈ, ਚਲੋ ਪੋਲੀਟੀਕਲ ਗੱਲ ਹੋ ਗਈ। ਹੁਣ ਅਸੀਂ ਗੱਲ ਕਰਦੇ ਹਾਂ NRI ਜਿਹੜਾ ਸਪੋਰਟ ਹੈ ਉਹ ਤਾਂ ਸ਼ੁਰੂ ਤੋਂ ਹੀ ਰਿਹਾ, ਪਰ ਵਿਦੇਸ਼ਾਂ ਵਿੱਚ ਜੋ ਹੁਣ ਖੁੱਲ੍ਹ ਕੇ ਐਂਡ ਵੱਡੇ ਲੈਵਲ ਤੇ ਜਿਹੜੇ ਮੁਜ਼ਾਹਰੇ ਕੀਤੇ ਜਾ ਰਹੇ ਨੇ, ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਈਵਨ ਉੱਥੋਂ ਦੀਆਂ ਜਿਹੜੀਆਂ ਅਖਬਾਰਾਂ ਨੇ ਉਹਨਾਂ ਨੂੰ ਕਵਰ ਕੀਤਾ। ਫਿਰ ਉੱਥੋਂ ਦੀ ਜਿਹੜੀਆਂ ਪੋਲੀਟੀਕਲ ਜਿਹੜੇ ਏਜੰਡੇ ਨੇ ਉਹਨਾਂ ਵਿੱਚ ਗੱਲ ਡਿਸਕਸ ਹੋ ਰਹੀ ਹੈ ਕਿ ਹਾਂ ਵੀ ਭਾਰਤ ਵਿੱਚ ਕੀ ਚੱਲ ਰਿਹਾ। ਸੋ ਉਹ ਜਿਹੜਾ ਲੈਵਲ ਹੈ, ਉਹ ਜਿਹੜਾ ਮੈਂ ਕਹਾਂਗੀ ਰੈਵੋਲੂਸ਼ਨ ਹੈ, ਉਹ ਹੁਣ ਵਰਲਡ ਲੈਵਲ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਉਹ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਦਾ ਕਿ ਹੁਣ ਇੰਟਰਨੈਸ਼ਨਲ ਪੱਧਰ ਤੇ ਵੀ ਜਿਹੜਾ ਪ੍ਰੈਸ਼ਰ ਹੈ ਉਹ ਪਵੇਗਾ। ਐਂਡ ਜਿਹੜੀ ਇਮੇਜ ਹੈ ਉਹ ਚਾਹੇ ਚੰਗੀ ਇਮੇਜ ਹੋਵੇ ਚਾਹੇ ਮਾੜੀ ਇਮੇਜ ਹੋਵੇ। ਚੰਗੀ ਇਮੇਜ ਇਸ ਕਰਕੇ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇੰਨਾ ਪੀਸਫੁਲ ਜਿਹੜਾ ਪ੍ਰੋਟੈਸਟ ਹੈ ਉਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਦਾਂ ਦਾ ਹੋ ਰਿਹਾ। ਮਾੜੀ ਗੱਲ ਹੈ ਵਾ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਜੀ ਮੈਂ ਕਹਿੰਦੇ ਜਿਹੋ ਜਿਹਾ ਬੋਗੇ ਉਹੋ ਜਿਹਾ ਪਾਓਗੇ, ਹੈ ਨਾ। ਉਹ ਜਿਹੋ ਜਿਹਾ ਬੀਜੇ ਉਹਨਾਂ ਨੇ ਉਹੋ ਜਿਹਾ ਉਹਨਾਂ ਨੂੰ ਮਿਲਦਾ ਪਿਆ ਵਾ। ਸਾਡੀ ਉਹਨਾਂ ਦੀ ਇਮੇਜ ਨੋ ਡਾਊਟ ਪ੍ਰਭਾਵਿਤ ਹੋਵੇਗੀ, ਪਰ ਹਾਲੇ ਵੀ ਆਪਣੀ ਇਮੇਜ ਨੂੰ ਸੁਧਾਰ ਸਕਦੇ ਨੇ ਜੇਕਰ ਕਿਸਾਨਾਂ ਦੇ ਹੱਕ ਵਿੱਚ ਜੇਕਰ ਉਹ ਗੱਲ ਕਰ ਲੈਂਦੇ ਨੇ। ਸੋ ਜਿਹੜੀ ਥੋੜੀ ਮੋਤੀ ਜਿਹੜੀ ਇੱਜ਼ਤ ਜਿਹੜੀ ਹਾਲੇ ਵੀ ਜਿਹੜੀ ਲੋਕੀ ਕਰਦੇ ਨੇ ਉਹ ਥੋੜੀ ਕੰਟੀਨਿਊ ਰਹਿ ਸਕਦੀ ਹੈ। ਸੋ NRI ਪ੍ਰੈਸ਼ਰ ਜਿਹੜਾ ਹੈ, ਜਿਹੜਾ ਵਿਦੇਸ਼ਾਂ ਦਾ ਪ੍ਰੈਸ਼ਰ ਹੈ, ਉਹ ਬਹੁਤ ਵੱਡਾ ਰੋਲ ਅਦਾ ਕਰੇਗਾ ਇਸ ਪ੍ਰੋਟੈਸਟ ਦੇ ਵਿੱਚ। ਮੋਹਿਤ ਜੀ, ਮੈਂ ਸਵੇਰੇ ਹੀ ਪੜ੍ਹ ਰਿਹਾ ਸੀਗਾ ਕਿ ਇੱਕ ਜਿਹੜੀਆਂ ਅਖਬਾਰਾਂ ਨੇ, ਵਿਦੇਸ਼ ਦੀਆਂ ਅਖਬਾਰਾਂ ਜਿਹੜੀਆਂ ਨੇ ਜਾਂ ਫਿਰ ਆਪਣੀ ਇੰਡੀਅਨ ਅਖਬਾਰਾਂ ਨੇ, ਉਹਨਾਂ ਨੇ ਇਹ ਨਿਊਜ਼ ਜਿਹੜੀ ਛਾਪੀ ਹੈ ਕਿ ਪ੍ਰੋਟੈਸਟ ਹੋ ਰਹੇ ਨੇ UK, USA, ਕੈਨੇਡਾ, 3 ਮੇਨ ਕੰਟਰੀਜ਼ ਜਿਹੜੀਆਂ ਉਹਨਾਂ ਨੇ ਲਿਖੀਆਂ ਸੀਗੀਆਂ। ਉਹਨਾਂ ਨੇ ਕਿਹਾ ਕਿ ਇੱਥੇ ਅੰਬੈਸੀਆਂ ਦੇ ਮੋਹਰ ਜਿਹੜਾ ਹੈ, ਜਿਹੜੀ ਇੰਡੀਅਨ ਅੰਬੈਸੀ ਹੈ, ਉਹਨਾਂ ਦੇ ਉੱਤੇ ਸਿਕਿਉਰਿਟੀ ਵਧਾ ਦਿੱਤੀ ਹੈ। ਜਦ ਕਿ ਦੇਖੋ ਇਹ ਕਿਉਂ ਸਿਕਿਉਰਿਟੀ ਵਧਾਉਣ ਦੀ ਲੋੜ ਹੈ, ਜਦ ਕਿ ਅਸੀਂ ਤਾਂ ਜਿਹੜਾ ਹੈ ਬਿਲਕੁਲ ਪੀਸਫੁਲੀ ਜਿਹੜਾ ਹੈ ਪ੍ਰੋਟੈਸਟ ਕਰ ਰਹੇ ਹਾਂ। ਔਰ ਕੱਲ ਦੇ ਪ੍ਰੋਟੈਸਟ ਨੂੰ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਜਿਹੜੇ ਨੇ ਕਿ ਇਹ ਪੀਸਫੁਲ ਪ੍ਰੋਟੈਸਟ ਹੈ। ਜਿੰਨੇ ਵੀ ਸਾਨੂੰ ਦੇਖ ਰਹੇ ਨੇ ਤੇ ਇਹ ਦਿਮਾਗ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਪ੍ਰੋਟੈਸਟ ਜਿਹੜਾ ਹੈ ਸ਼ਾਂਤਮਈ ਪ੍ਰੋਟੈਸਟ ਹੈ। ਇਹ ਸਾਡੇ ਲਈ ਹੈ, ਸਾਡੇ ਹੱਕਾਂ ਦੀ ਹੈ, ਇਹ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਬਿਲਕੁਲ ਜੀ, ਜਿਵੇਂ ਕਿ ਕੱਲ ਪੂਰੇ ਭਾਰਤ ਬੰਦ ਦਾ ਜਿਹੜਾ ਹੈ ਨਾਰਾ ਲੱਗਾ ਹੋਇਆ ਹੈ ਨਾ, ਸਾਰੇ ਲੋਕੀ ਥੋੜੇ ਡਰ ਗਏ ਹੋਣਗੇ ਜਾਂ ਸਹਿਮ ਗਏ ਹੋਣਗੇ। ਜਨਾਬ ਕੋਈ ਡਰਨ ਦੀ ਸਹਿਮਤ ਦੀ ਲੋੜ ਨਹੀਂ, ਬਸ ਤੁਸੀਂ ਕਿਸਾਨਾਂ ਦਾ ਸਾਥ ਦੇਣਾ। ਜੇਕਰ ਤੁਹਾਨੂੰ ਭਾਰਤ ਬੰਦ ਲਈ ਤੁਹਾਨੂੰ ਕਿਹਾ ਗਿਆ ਹੈ, ਤੁਸੀਂ ਵਾਕਈ ਆਪਣੇ ਘਰਾਂ ਤੋਂ ਕੋਈ ਬਹੁਤਾ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ, ਅਦਰਵਾਈਜ਼ ਨਾ ਨਿਕਲੋ। ਤੇ ਸਾਡੇ ਜਿਹੜੇ ਦੋਸਤ ਜਿਹੜੇ ਨੇ ਜਿਹੜੇ ਨਾਕਿਆਂ ਤੇ ਬੈਠੇ ਹੋਣਗੇ ਉਹਨਾਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਅਗਰ ਕੋਈ ਬਹੁਤ ਜ਼ਰੂਰੀ ਕਿਸੇ ਚੀਜ਼ ਲਈ ਜਾ ਰਿਹਾ, ਬਹੁਤ ਜ਼ਰੂਰੀ ਕੰਮ ਲਈ ਜਾ ਰਿਹਾ, ਸੋ ਉਹਨੂੰ ਜਾਣ ਦਿੱਤਾ ਜਾਵੇ। ਐਂਡ ਬੜੇ ਪਿਆਰ ਨਾਲ, ਹੈ ਨਾ, ਕਿਉਂਕਿ ਜਿਹੜਾ ਵਰਲਡ ਲੈਵਲ ਤੇ ਜਿਹੜਾ ਪ੍ਰੋਟੈਸਟ ਹੈ ਸਾਡਾ ਹੁਣ ਇਹ ਕਾਊਂਟ ਕੀਤਾ ਜਾਏਗਾ, ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ ਕਿ ਹਾਂ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਹੋਇਆ। ਸੋ ਅਸੀਂ ਉਸ ਇਮੇਜ ਨੂੰ ਬਰਕਰਾਰ ਕਰਨਾ ਹੈ। ਸੋ ਹੋਰ ਵੀ ਜਿਹੜੀ ਗੱਲਾਂ ਬਾਤਾਂ ਨੇ, ਉਹ ਹੁਣ ਕਰੋਨਾ ਵਾਇਰਸ ਦੀ ਗੱਲਾਂ ਬਾਤਾਂ ਜੋ ਕਾਫੀ ਅਹਿਮ ਹੈ, ਉਹ ਅਸੀਂ ਕਰਾਂਗੇ, ਪਰ ਹੁਣ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਦੇਖਦੇ ਰਹੋ ਪ੍ਰੋਗਰਾਮ ਅਖਬਾਰਨਾਮਾ। ਖਬਰਾਂ ਦੀਆਂ ਅੰਦਰਲੀਆਂ ਪਰਤਾਂ ਵਿੱਚ ਕੀ ਹੈ, ਖਬਰਾਂ ਦੇ ਪਿਛੋਕੜ ਦਾ ਕੀ ਹੈ ਸੱਚ, ਬਿਆਨ ਕਰੇਗਾ ਸਾਡਾ ਪ੍ਰੋਗਰਾਮ पंजाब मेल खबर जंक्शन, सिर्फ पंजाब मेल US चैनल। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਕਿ ਹੁਣ ਅਸੀਂ ਕਰੋਨਾ ਵਾਇਰਸ ਦੀ ਗੱਲ ਕਰਾਂਗੇ, ਉਹ ਤਾਂ ਕਰਾਂਗੇ ਕਿ ਹਾਂ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ, ਹੈ ਨਾ, ਉਹ ਚਾਹੁੰਦੀ ਹੈ ਕਿ ਹਾਂ ਵੀ ਕਿਤੇ ਨਾ ਕਿਤੇ ਅਸੀਂ ਪ੍ਰੋਟੈਸਟ ਨੂੰ 2 ਜਾਂ 3 ਤਰੀਕਿਆਂ ਤੋਂ, ਹੈ ਨਾ, ਇਸ ਨੂੰ ਥੋੜਾ ਠੰਡਾ ਕਰੀਏ, ਥੋੜਾ ਘੱਟ ਕਰੀਏ। ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਕਿ ਹਾਂ ਵੀ ਜੀ ਕਰੋਨਾ ਵਾਇਰਸ ਦੇ ਜਿਹੜੇ ਕੇਸ ਨੇ ਬੜੇ ਵੱਧਦੇ ਜਾ ਰਹੇ ਨੇ, ਠੀਕ ਹੈ। ਦੂਜਾ ਜੀ ਉਹਨਾਂ ਨੂੰ ਜਿਹੜੇ ਉਹਦੇ ਆਲੇ ਦੁਆਲੇ ਬਾਰਡਰ ਨੇ ਦੁਬਾਰਾ ਫਿਰ ਸੀਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਹਾਂ ਵੀ ਜਿੱਥੇ ਨੇ ਉੱਥੇ ਰਹਿ ਜੀ, ਉਹਨਾਂ ਦਾ ਪਾਣੀ ਬੰਦ ਕੀਤਾ ਜਾ ਰਿਹਾ। ਸੋ ਕਾਫੀ ਜਿਹੜੀਆਂ ਨੀਚ ਹਰਕਤਾਂ ਜਿਹੜੀਆਂ ਨੇ ਉਹ
ਕੀਤੀਆਂ ਜਾ ਰਹੀਆਂ। ਜਦ ਕਿ ਅਗਰ ਅਸੀਂ ਫੈਕਟਸ ਦੀ ਗੱਲ ਕਰੀਏ ਤਾਂ ਜਿਹੜੇ ਕੇਸ ਨੇ ਪੰਜਾਬ ਦੇ ਵਿੱਚ ਨੋ ਡਾਊਟ ਠੀਕ ਹੈ ਥੋੜ੍ਹੇ ਬਹੁਤੇ ਵੱਧ ਰਹੇ ਨੇ, ਪਰ ਇੰਨੀ ਸਪਾਈਕ ਇੰਨੀ ਹਾਈਟ ਜਿਹੜੀ ਹੈ ਉਹ ਕੇਸਿਸ ਨੂੰ ਨਹੀਂ ਮਿਲੀ ਜਿੰਨਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ। ਜੇਕਰ ਗੱਲ ਕਰੀਏ ਕੱਲ ਯਾਨੀ ਕਿ 6 ਦਸੰਬਰ ਜਿਹੜੀ ਸੀਗੀ ਉਦੋਂ ਸੀਗੇ ਕੱਲ 802 ਕੇਸ ਆਏ ਨੇ, ਠੀਕ ਹੈ। ਉਸ ਤੋਂ ਪਹਿਲਾਂ 636 ਸੀਗੇ, ਪਰ ਉਸ ਤੋਂ ਪਹਿਲਾਂ ਜੀ ਗੱਲ ਕਰੀਏ 724 ਸੀ, ਉਸ ਤੋਂ ਪਹਿਲਾਂ 756 ਸੀ, ਫਿਰ 600 ਸੀ, ਫਿਰ 618, ਯਾਨੀ ਕਿ ਤਕਰੀਬਨ 650 ਤੋਂ ਲੈ ਕੇ 850 ਦੀ ਐਵਰੇਜ ਦੇ ਵਿੱਚ ਜਿਹੜੇ ਪੇਸ਼ੈਂਟ ਸੀਗੇ ਉਹ ਨਵੇਂ ਆ ਰਹੇ ਸੀਗੇ। ਪਰ ਜਿਵੇਂ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਹਾਂ ਵੀ ਪੰਜਾਬ 'ਚ ਜਿਹੜੇ ਸਪਾਈਕ ਨੇ ਵੱਧ ਗਈ ਹੈ, ਇਹਦੇ ਨਾਲ ਦਿੱਲੀ 'ਚ ਜਾਂ ਹੋਰ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ। ਅਸੀਂ ਜਿਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਘਰ ਨੂੰ ਜਾਓ, ਇਹ ਜਾਓ ਉਹ ਜਾਓ, ਆਪਣੀਆਂ ਖੁਦ ਦੀਆਂ ਰੈਲੀਆਂ ਚਾਹੇ ਹੈਦਰਾਬਾਦ ਹੋਵੇ ਚਾਹੇ ਬਿਹਾਰ ਦੇ ਵਿੱਚ ਹੋਵੇ, ਲੱਖਾਂ ਦੀ ਤਾਦਾਦ ਇਕੱਠੀ ਕੀਤੀ ਜਾ ਰਹੀ ਹੈ ਕਿ ਹਾਂ ਵੀ ਵੋਟਾਂ ਕਰਕੇ। ਪਰ ਇੱਥੇ ਮੈਂ ਕਹਿੰਦਾ ਪੋਲੀਟੀਕਲ ਦੇਖੋ ਗੱਲ ਉਹ ਹੈ ਨਾ ਕਿ ਆਪਦੇ ਫਾਇਦੇ ਲਈ ਤਾਂ ਅਸੀਂ ਕਰ ਸਕਦੇ ਹਾਂ, ਉਦੋਂ ਕਰੋਨਾ ਨਹੀਂ ਸਾਨੂੰ ਦੀਦਾ। ਹੁਣ ਸਾਨੂੰ ਜਿਹੜਾ ਕਰੋਨਾ ਵੀ ਦਿਸਣ ਡਿਆ, ਹੁਣ ਅਸੀਂ ਬਾਰ-ਬਾਰ ਵਿਚਾਰੇ ਬਣ ਕੇ ਰਹੇ ਠੰਡੀ ਬਹੁਤ ਹੈ, ਹਮ ਚਾਹਤੇ हैं कि ये साइड पे चले जाए। ਆਪ ਉੱਥੇ ਬੈਠੇ ਨੇ ਆਫਿਸ 'ਚ, ਆਪ ਆਫਿਸਾਂ 'ਚ ਬੈਠੇ ਨੇ, ਕੋਜ਼ੀ 'ਚ ਆਫਿਸਾਂ 'ਚ ਬੈਠੇ ਨੇ। ਜੇ ਤੁਹਾਨੂੰ ਇੰਨੇ ਪਰਵਾਹ ਹੈ ਉਹਨਾਂ ਦੀ ਤਾਂ ਤੁਸੀਂ ਜਿਹੜਾ ਹੈ ਠੰਡੀ ਤੋਂ ਪਹਿਲਾਂ ਉਹਨਾਂ ਦਾ ਕਿਉਂ ਨਹੀਂ ਹੱਲ ਕਰ ਰਹੇ? ਮੈਂ ਕਹਿੰਦਾ ਇੱਕ ਦਿਨ ਗਿਣਤੀ ਦਾ ਇੱਕ ਦਿਨ 24 ਘੰਟੇ ਮੈਂ ਕਹਿੰਦਾ ਉੱਥੇ ਜਾ ਕੇ ਬਹਿ ਜਾਣ, ਮੈਂ ਕਹਿੰਦਾ ਭੂਤ ਨਹੀਂ ਯਾਦ ਆਏ ਨੇ ਇਹਨਾਂ ਨੂੰ, ਤਾਂ ਉਸੇ ਟਾਈਮ ਡਿਸੀਜਨ ਲੈਣਗੇ ਕਿ ਹਾਂ ਵੀ ਅਸੀਂ ਤਾਂ ਬਈ ਤੁਹਾਨੂੰ ਦਿੱਤੀ, ਤੁਸੀਂ ਜੋ ਤੁਹਾਡੀ ਡਿਮਾਂਡ ਹੈ ਅਸੀਂ ਪੂਰੀ ਕਰ ਦਿੰਦੇ ਹਾਂ। ਬਈ ਆਪਣੇ ਆਫਿਸਾਂ 'ਚ ਬੈਠ ਕੇ ਤੇ ਬੜਾ ਸੁਖਾਲਾ ਜਿਹਾ ਬੋਲ ਹੋ ਜਾਂਦਾ ਕਿ ਹਾਂ ਵੀ ਇਹ ਆ ਉਹ ਆ, ਪਰ ਜਿਹੜੀਆਂ ਸਰਕਾਰਾਂ ਜਿਹੜੀਆਂ ਗੱਲਾਂ ਕਰ ਰਹੀਆਂ ਨੇ ਵਾਕਈ ਬੜੀਆਂ ਨਿਖੇਧੀ ਜਿਹੜੀ ਆਪਾਂ ਹਨਾ। ਉਹ ਗੱਲ ਉਹੀ ਹੈ ਨਾ ਕਿ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਕੇਸਿਸ ਆ ਗਏ, ਹੁਣ ਅਸੀਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਇੰਨੇ ਐਕਸਟ੍ਰੀਮ ਕੇਸਿਸ ਸੀਗੇ, ਉੱਥੇ ਬੈੱਡ ਦੇ ਘਾਟ ਹੋਣ ਦੀ ਸੀਗੀ, ਤੇ ਉਦੋਂ ਤੁਸੀਂ ਦਿੱਲੀ ਕਿਉਂ ਨਹੀਂ ਬੰਦ ਕੀਤੀ ਜੀ, ਹੈ ਨਾ? ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਹ ਸੀਲ ਕਰ ਦੇਣਾ, ਫਲਾਣਾ ਸੀਲ ਕਰ ਦੇਣਾ। ਮੈਂ ਕੱਲ ਇੱਕ ਸਟੇਟਮੈਂਟ ਪੜ੍ਹ ਰਿਹਾ ਸੀਗਾ ਕਿ ਜਿਹੜੀ ਹੈਲਥ ਮਿਨਿਸਟਰੀ ਹੈ ਉਹ ਕਹਿੰਦੀ ਜੀ ਪੰਜਾਬ ਜਿਹੜਾ ਹੈ ਉਹਦੇ 'ਚ ਕੇਸਿਸ ਲਗਾਤਾਰ ਵੱਧ ਰਹੇ ਨੇ, ਇਸ ਕਰਕੇ ਜਿਹੜੀ ਡੋਜ਼ ਹੈ, ਜਿਹੜੀ ਵੈਕਸੀਨ ਹੈ ਉਹ ਪੰਜਾਬ ਨੂੰ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਦਿੱਤੀ ਹੈ। ਅੱਛਾ ਜੀ। ਦੇਖੋ ਕਿੱਦਾਂ ਦੇ ਸ਼ੋਸ਼ੇ ਛੱਡੇ ਜਾ ਰਹੇ ਨੇ। ਪਹਿਲਾਂ ਤਾਂ ਸਾਡੇ ਇੱਥੇ ਕਰਫਿਊ ਲੱਗ ਗਿਆ ਰਾਤ ਦਾ, ਇੱਕਦਮ ਕਰਫਿਊ ਲੱਗ ਰਿਹਾ, ਇੰਨੇ ਕੇਸਿਸ ਵੀ ਨਹੀਂ ਸੀਗੇ, ਪਤਾ ਨਹੀਂ ਰਾਤ ਦਾ ਕਰਫਿਊ ਕਿਉਂ ਲੱਗ ਰਿਹਾ। ਜਦੋਂ ਲੋੜ ਕਰਫਿਊ ਲਾਉਣ ਦੀ ਆ ਉਦੋਂ ਲਾਇਆ ਨਹੀਂ ਇਹਨਾਂ ਨੇ, ਹੈ ਨਾ? ਉਹਨੂੰ ਮੇਨਟੇਨ ਤਰੀਕੇ ਦੇ ਨਾਲ ਉਹਨਾਂ ਤੇ ਕੰਮ ਕਰਨਾ ਜਿਹੜਾ ਸ਼ੁਰੂ ਹੀ ਨਹੀਂ ਕੀਤਾ। ਹੁਣ ਇੱਕ ਕਰਫਿਊ ਲੱਗ ਗਿਆ, ਦੂਸਰਾ ਹੁਣ ਜਿਹੜਾ ਹੈ ਇਦਾਂ ਦੀ ਸਟੇਟਮੈਂਟ ਆਉਣੀ ਕਿ ਬਈ ਕੇਸਿਸ ਜਿਹੜੇ ਨੇ ਉਹ ਵੱਧ ਰਹੇ ਨੇ ਤੇ ਇਸ ਕਰਕੇ ਪੰਜਾਬ ਨੂੰ ਜਿਹੜਾ ਪ੍ਰਾਇੋਰਟੀ ਤੇ ਰੱਖਿਆ ਜਾਊਗਾ। ਇਹ ਕਿਤੇ ਨਾ ਕਿਤੇ ਇਹ ਸਾਫ਼ ਦਿਖ ਰਿਹਾ ਕਿ ਪ੍ਰੋਪੇਗੈਂਡਾ ਹੋ ਰਿਹਾ ਹੈ, ਇਸ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਠੱਲ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲਾਂ ਇਹਨਾਂ ਨੇ ਜਿਹੜਾ ਹੈ ਗੱਲਬਾਤ ਕਰਨ ਤੋਂ ਜਿਹੜਾ ਹੈ ਮਨਾ ਕਰਦੇ ਰਹੇ ਲਗਾਤਾਰ ਕਿ ਗੱਲਬਾਤ ਅੱਜ ਕਰਦੇ, ਗੱਲਬਾਤ ਕਰਦੇ, ਅੱਜ ਕਰਦੇ, ਗੱਲ ਕਰਦੇ ਆ। ਇੱਕ ਤਰੀਕਾ ਇਹ ਹੁੰਦਾ ਕਿ ਤੁਸੀਂ ਜਿਹੜਾ ਹੈ ਗੱਲ ਨੂੰ ਲਮਕਾਈ ਛੱਡੋ। ਇਹਨਾਂ ਨੇ ਇਹ ਵੀ ਕਰਕੇ ਦੇਖ ਲਿਆ, ਅਸੀਂ ਤਾਂ ਵੀ ਉੱਥੇ ਅੜੇ ਰਹੇ। ਦੂਸਰਾ ਫਿਰ ਇਹਨਾਂ ਨੇ ਕਿਹਾ ਕਿ ਜੀ ਅਸੀਂ ਬੰਦੇ ਵਿੱਚੋਂ ਪੱਟਣੇ ਸ਼ੁਰੂ ਕਰ ਦਿੱਤੇ, ਬੰਦੇ ਵੀ ਨਹੀਂ ਪੱਟੇ ਗਏ ਤੇ ਉਹ ਵੀ ਫੇਲ ਹੋ ਗਿਆ। ਹੁਣ ਤੀਸਰਾ ਤਰੀਕਾ ਆਹ ਸ਼ੋਸ਼ਾ ਹੈ, ਦੇਖਦੇ ਆ ਇਹ ਕੀ ਹੁੰਦਾ। ਉਸ ਦਿਨ ਅਸੀਂ ਗੱਲ ਕੀਤੀ ਸੀ ਕਿ ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਨੂੰ ਵੀ ਥ੍ਰੈਟ ਦੱਸਿਆ, ਪਰ ਉਹ ਉਸ ਕਰਕੇ ਚੁੱਪ ਕਰ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸ਼ਾਂਤਮਈ ਪ੍ਰੋਟੈਸਟ ਹੋ ਰਿਹਾ ਹੈ। ਜੇ ਅਸੀਂ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਦੱਸਾਂਗੇ ਤੇ ਇਹਦੇ ਨਾਲ ਜਿਹੜਾ ਹੈ ਸਾਡੇ ਭਰ ਕੇ ਲੋਕਾਂ ਨੇ ਮਾਰਨੀਆਂ। ਪਰ ਨਹੀਂ ਖੈਰ ਸਾਹਿਬ, ਉਹਨਾਂ ਨੇ ਸਟੇਟਮੈਂਟ ਜਿਹੜੀ ਆਈ ਹੈ ਆਪਣੀ ਸਿਕਿਉਰਿਟੀ ਦੀ ਗੱਲ ਕਰੀਏ ਚਾਹੇ ਪੁਲਿਸ ਦੀ ਗੱਲ ਕਰੀਏ, ਉਹਨਾਂ ਨੇ ਵਾਰ-ਵਾਰ ਇੱਕੋ ਗੱਲ ਆਖੀ ਹੈ ਕਿ ਬਈ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਹੋ ਰਿਹਾ ਤੇ ਸਿਰਫ ਕਿਸਾਨਾਂ ਦੇ ਹੱਕ ਦੀ ਲਈ ਹੀ ਗੱਲ ਕੀਤੀ ਜਾ ਰਹੀ ਹੈ। ਸੋ ਈਵਨ ਜਿਹੜਾ ਭਾਰਤੀ ਮੀਡੀਆ ਗਿਲਡ ਹੈ ਉਹਨਾਂ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਕਿ ਹਾਂ ਵੀ ਜਿਹੜੀ ਪੂਰਾ ਜਿਹੜਾ ਪ੍ਰੋਟੈਸਟ ਹੈ ਉਹ ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਲਈ ਗੱਲ ਕੀਤੀ ਜਾ ਰਹੀ ਹੈ। ਐਂਡ ਕੁਝ ਕੁ ਜਿਹੜਾ ਮੀਡੀਆ ਤਬਕਾ ਹੈ ਜਿਹੜਾ ਇਸ ਨੂੰ ਖਾਲਿਸਤਾਨੀ ਐਂਗਲ, ਪੋਲੀਟੀਕਲ ਐਂਗਲ ਜਾਂ ਹੋਰ ਵਿਦੇਸ਼ੀ ਤਾਕਤਾਂ ਦਾ ਐਂਗਲ ਨਾਲ ਜੋੜ ਰਿਹਾ, ਉਹਨਾਂ ਨੇ ਸਾਫ਼ ਉਸ ਦੀ ਨਿਖੇਧੀ ਕੀਤੀ ਹੈ ਤੇ ਉਹਨਾਂ ਨੂੰ ਅਲਰਟ ਵੀ ਕੀਤਾ ਕਿ ਦੁਬਾਰਾ ਇਹੋ ਜਿਹੀ ਹਰਕਤ ਜਿਹੜੀ ਹੈ ਉਹ ਨਾ ਕੀਤੀ ਜਾਵੇ। ਸੋ ਅਸੀਂ ਦੁਬਾਰਾ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ। ਹੁਣ ਥੋੜੀ ਦੁਬਾਰਾ ਆਪਾਂ ਗੱਲ ਕਰਦੇ ਕਰੋਨਾ ਵਾਇਰਸ ਦੀ ਕਿ ਜਿਹੜੀ ਫਾਈਜ਼ਰ ਜਿਹੜੀ ਕੰਪਨੀ ਹੈ ਉਸ ਨੂੰ ਆਪਾਂ ਪਹਿਲਾਂ ਗੱਲ ਕੀਤੀ ਕਿ ਯੂਕੇ ਵਿੱਚ ਪਰਮਿਸ਼ਨ ਮਿਲ ਚੁੱਕੀ ਹੈ। ਸੋ ਉੱਥੋਂ ਦੀ ਜਿਹੜੀ ਐਲਿਜ਼ਾਬੈਥ ਜਿਹੜੀ ਰਾਣੀ ਹੈ ਹਨਾ, ਕੁਈਨ ਐਲਿਜ਼ਾਬੈਥ, ਉਹਨਾਂ ਨੂੰ ਜਿਹੜੀ ਡੋਜ਼ ਹੈ ਉਹ ਅੱਜ ਕੱਲ੍ਹ 'ਚ ਲੱਗੇਗੀ। ਸੋ ਉਹ ਵੀ ਬਹੁਤ ਵੱਡੀ ਗੱਲ ਹੈ ਹਨਾ, ਇੱਕ ਬਹੁਤ ਵੱਡੀ ਪ੍ਰੋਮੀਨੈਂਟ ਪਰਸਨੈਲਿਟੀ ਜਿਸ ਦੇ ਉੱਪਰ ਜਿਹੜੀ ਵੈਕਸੀਨੇਸ਼ਨ ਹੈ ਉਹ ਲਗਾਈ ਜਾਵੇਗੀ। ਇਸ ਤੋਂ ਇਲਾਵਾ ਫਾਈਜ਼ਰ ਨੇ ਭਾਰਤ ਵਿੱਚ ਵੀ ਪਰਮਿਸ਼ਨ ਮੰਗੀ ਹੈ ਕਿ ਹਾਂ ਵੀ ਸਾਨੂੰ ਇੱਥੇ ਵੀ ਆਪਣੀ ਜਿਹੜੀ ਡੋਜ਼ ਹੈ ਉਸ ਨੂੰ ਵਰਤਣ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾਵੇ। ਦੇਖੋ ਇਹ ਕਿਤੇ ਨਾ ਕਿਤੇ ਬਹੁਤ ਚੰਗੀ ਗੱਲ ਹੈ ਜੇ ਪੈਂਡੇਮਿਕ ਆਇਆ ਤੇ ਉਹਦਾ ਹੱਲ ਜਿਹੜਾ ਹੈ ਉਹ ਲੱਭਣਾ ਸ਼ੁਰੂ ਹੋ ਗਿਆ। ਬਿਲਕੁਲ, ਚਾਹੇ ਅਸੀਂ 96-95% ਦੀ ਗੱਲ ਕਰ ਰਹੇ ਹਾਂ, ਫਾਈਜ਼ਰ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਵਧੀਆ ਦੱਸੀ ਜਾ ਰਹੀ ਹੈ। ਤੇ ਜੇ ਇੰਡੀਆ ਦੇ ਵਿੱਚ ਉਹ ਲੱਗ ਰਹੀ ਹੈ ਤੇ ਇੱਕ ਸਾਡੇ ਲਈ ਸਵਾਗਤ ਕਰਨ ਵਾਲਾ ਇਹ ਮੌਕਾ ਹੈ। ਸੋ ਅਸੀਂ ਉਮੀਦ ਕਰਦੇ ਹਾਂ ਜਿਹੜਾ ਸਾਡਾ ਇੰਡੀਅਨ ਇੰਸਟੀਚਿਊਟ ਜਿਹੜਾ ਹੈ ਉਹ ਵੀ ਜੇ ਬਣਾ ਰਹੇ ਨੇ, ਸੀਰਮ ਇੰਸਟੀਚਿਊਟ ਦੀ ਗੱਲ ਮੈਂ ਕਰ ਰਿਹਾ, ਉਹਨਾਂ ਦੇ ਵਿੱਚ ਵੀ ਲਗਾਤਾਰ ਜਿਹੜਾ ਹੈ ਉਹ ਰਿਸਰਚਸ ਚੱਲ ਰਹੀ ਨੇ। ਉਹ ਕਹਿ ਰਹੇ ਨੇ ਕਿ ਅਸੀਂ ਇਸ ਮਹੀਨੇ ਦੇ ਐਂਡ ਤੱਕ ਜਿਹੜਾ ਹੈ ਕੁਝ ਨਾ ਕੁਝ ਤੁਹਾਨੂੰ ਦੱਸਾਂਗੇ ਜ਼ਰੂਰ। ਇੱਕ ਚੰਗੀ ਜਿਹੜੀ ਸੋਚ ਹੈ, ਇੱਕ ਚੰਗੀ ਨਿਊਜ਼ ਉੱਧਰੋਂ ਵੀ ਆਉਣ ਦੀ ਉਮੀਦ ਹੈ। ਸੋ ਵਾਕਈ ਭਾਵੇਂ ਭਾਰਤ ਤੇ ਭਾਵੇਂ ਵਿਦੇਸ਼ਾਂ ਵਿੱਚ ਜਿੱਥੇ ਰਿਸਰਚ ਚੱਲ ਰਹੀ ਹੈ, ਉਮੀਦ ਇਹੀ ਕੀਤੀ ਜਾਂਦੀ ਹੈ ਕਿ ਹਾਂ ਵੀ ਅਸੀਂ ਪੈਂਡੈਮਿਕ ਦੇ ਮਾਹੌਲ ਤੋਂ ਜਲਦੀ ਬਾਹਰ ਆਈਏ। ਇਸ ਤੋਂ ਇਲਾਵਾ ਦੁਬਾਰਾ ਫਿਰ ਗੱਲ ਕਰ ਲਈ ਪ੍ਰੋਟੈਸਟ ਦੀ ਤਾਂ ਅਸੀਂ ਉੱਥੋਂ ਵੀ ਚੰਗੀ ਤਰ੍ਹਾਂ ਬਾਹਰ ਆਈਏ। ਜਿਹੜੇ ਲੱਖਾਂ ਜਿਹੜੀ ਫੈਮਿਲੀਜ਼ ਨੇ ਉੱਥੇ ਸਰਦੀ ਵਿੱਚ ਖੁੱਲ੍ਹੇ ਆਸਮਾਨ ਵਿੱਚ ਬੈਠੀਆਂ ਨੇ ਉਹ ਵੀ ਆਪਣੇ ਘਰ ਪਰਤਣ ਤੇ ਸਰਕਾਰ ਜਿਹੜੀ ਹੈ
ਉਹ ਜਲਦੀ ਤੋਂ ਜਲਦੀ ਆਪਣੀ ਅੱਖਾਂ ਕੰਨ ਮੂੰਹ ਸਭ ਖੋਲ ਕੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਚੰਗੀ ਤਰ੍ਹਾਂ ਸੁਣਨ। ਸੋ ਇਸ ਪੂਰੇ ਅੰਦੋਲਨ ਦੇ ਬਾਰੇ ਜਾਂ ਹੋਰ ਵੀ ਜਿਹੜੇ ਖਬਰਾਂ ਦੇ ਉੱਪਰ ਸਾਡੇ ਜਿਹੜੀ ਅੱਖ ਬਰੀਕੀ ਨਾਲ ਜਮੀ ਰਹੇਗੀ। ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਹੈ ਤੁਸੀਂ ਪੰਜਾਬ ਮੇਲ USA TV ਚੈਨਲ YouTube ਚੈਨਲ ਤੇ ਜਾ ਕੇ ਸਾਡਾ ਦੁਬਾਰਾ ਦੇਖ ਸਕਦੇ ਹੋ, ਸਾਨੂੰ ਕਮੈਂਟ ਵੀ ਕਰ ਸਕਦੇ ਹੋ। ਸੋ ਐਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।